ਹੈਲੋ एवरीवन ਗਿਲਸ ਮੈਂਟੋਰ ਈ-ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਡੇ ਸਾਹਮਣੇ ਬਜਟ ਡਿਸਕਸ ਕਰਾਂਗੇ। 2022 ਦਾ ਬਜਟ ਆਪਾਂ ਡਿਸਕਸ ਕਰਨਾ ਹੈ। ਬਹੁਤ ਹੀ ਇੰਪੋਰਟੈਂਟ ਹੈ ਹਰੇਕ ਐਗਜ਼ਾਮ ਲਈ। ਭਾਵੇਂ ਅੱਜ ਦੇ ਟਾਈਮ 'ਚ ਕਹੀਏ 1 ਮਹੀਨੇ ਬਾਅਦ ਸਾਡਾ ਨੈਬ ਤਹਿਸੀਲਦਾਰ ਦਾ ਐਗਜ਼ਾਮ ਹੈ 20 ਮਾਰਚ ਨੂੰ। ਉਸ ਤੋਂ ਇਲਾਵਾ ਕੋਆਪਰੇਟਿਵ ਦਾ ਐਗਜ਼ਾਮ ਹੈ ਮਈ ਨੂੰ। ਉਸ ਤੋਂ ਇਲਾਵਾ ਵਧੇਰੇ ਐਗਜ਼ਾਮਸ ਭਾਵੇਂ ਤੁਸੀਂ ਜਿਸ ਮਰਜ਼ੀ ਸਟੇਟ ਦਾ ਐਗਜ਼ਾਮ ਦੇ ਲਓ, ਸੈਂਟਰਲ ਐਗਜ਼ਾਮ ਦੇ ਲਓ, ਹਰੇਕ ਇੱਥੇ ਇਹਦੀ ਇੰਪੋਰਟੈਂਸ ਬਣੀ ਰਹਿੰਦੀ ਹੈ। ਬਸ ਫਰਕ ਇਹ ਆ ਜਾਂਦਾ ਹੈ ਕਿ ਜਿਸ ਲੈਵਲ ਦਾ ਐਗਜ਼ਾਮ ਹੁੰਦਾ ਉਸ ਮੁਤਾਬਿਕ ਹੀ ਕੁਐਸਚਨ ਪੁੱਛੇ ਜਾਂਦੇ ਨੇ। ਜਿੰਨਾ ਵੱਡਾ ਐਗਜ਼ਾਮ ਉਸ ਲੈਵਲ ਦੇ ਕੁਐਸਚਨ ਪੁੱਛੇ ਜਾਣਗੇ। ਸੋ ਇਹ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ, ਫੋਟੋ 'ਚ ਤੁਹਾਨੂੰ ਟਰਾਂਸਫੋਰਮੇਸ਼ਨ ਦੇਖਣ ਨੂੰ ਮਿਲੇਗਾ ਕਿ ਬਦਲਾਵ ਜਿਹੜਾ ਹੈ ਉਹ ਹਮੇਸ਼ਾ ਸਸਟੇਨਡ ਰਹੇਗਾ। ਤੁਹਾਨੂੰ ਬਦਲਾਵ ਦੇ ਨਾਲ ਹੀ ਚੱਲਣਾ ਪੈਣਾ ਹੈ। ਪਹਿਲੇ ਕਿਸ ਤਰ੍ਹਾਂ ਬਜਟ ਆਉਂਦਾ ਸੀ, ਅੱਜ ਦੇ ਟਾਈਮ 'ਚ ਬਜਟ ਕਿਸ ਤਰ੍ਹਾਂ ਆਉਂਦਾ ਹੈ। ਅੱਜ ਜੇ ਆਪਾਂ ਦੇਖੀਏ ਜੇ ਪ੍ਰੋਪਰ ਟੈਬਲੇਟ ਦੇਖਣ ਨੂੰ ਮਿਲਦਾ ਹੈ ਨਾ, ਟੈਬਲੇਟ ਜਿਹੜਾ ਬਜਟ ਦੀ ਸਪੀਚ ਹੁੰਦੀ ਹੈ, ਯਾਨੀ ਕਿ ਜੋ ਆਪਾਂ ਪਾਰਲੀਮੈਂਟ ਵਿੱਚ ਸਾਡੇ ਜਿਹੜੇ ਫਾਈਨੈਂਸ ਮਿਨਿਸਟਰ ਆਪਾਂ ਨੂੰ ਨਿਰਮਲਾ ਜੀ ਦੇਖਣ ਨੂੰ ਮਿਲਦੇ ਨੇ, ਜਦੋਂ ਸਪੀਚ ਦਿੰਦੇ ਨੇ ਉਹਨਾਂ ਸਾਹਮਣੇ ਟੈਬਲੇਟ ਹੁੰਦਾ ਹੈ। ਟੈਬਲੇਟ 'ਚ ਡਾਕੂਮੈਂਟ ਹੁੰਦਾ, ਉਸ ਨੂੰ ਪੜ੍ਹ ਰਹੇ ਹੁੰਦੇ ਨੇ ਨਾ, ਉਸ ਨੂੰ ਮਤਲਬ ਇੱਕ ਤਰ੍ਹਾਂ ਨਾਲ ਰਿਪਰੈਜ਼ੈਂਟ ਕਰ ਰਹੇ ਹੁੰਦੇ ਨੇ। ਸਮਝ ਰਹੇ ਹੋ? ਤਾਂ ਇਸ ਦਾ ਮਤਲਬ ਕੀ ਨਿਕਲ ਕੇ ਆਇਆ ਸਾਹਮਣੇ ਕਿ ਹਮੇਸ਼ਾ ਬਦਲਾਵ ਦੇ ਨਾਲ ਚੱਲਣਾ ਪੈਂਦਾ। ਆਉਣ ਜਿਹੜਾ ਟਾਈਮ ਤੇ ਆਉਣ ਵਾਲਾ ਟਾਈਮ ਡਿਜੀਟਲ ਦਾ ਹੈ, ਦੈਨ ਪ੍ਰੋਪਰਲੀ IT ਨਾਲ ਰਿਲੇਟਡ ਹੈ, ਦੈਨ ਪ੍ਰੋਪਰਲੀ ਤੁਸੀਂ ਦੇਖੋਗੇ ਆਨਲਾਈਨ ਸਿਸਟਮ ਹੈ ਸਾਰਾ। ਤਾਂ ਜੇ ਆਪਾਂ ਅੱਜ ਦੇ ਟਾਈਮ ਵਿੱਚ ਇਹਨਾਂ ਚੀਜ਼ਾਂ ਬਾਰੇ ਧਿਆਨ ਨਹੀਂ ਦੇਵਾਂਗੇ ਤਾਂ ਤੁਹਾਨੂੰ ਹੀ ਨੁਕਸਾਨ ਹੋਏਗਾ। ਦੈਨ ਜੇ ਮੇਰੇ ਤੁਸੀਂ ਗੱਲ ਨੂੰ ਗੌਰ ਨਾਲ ਸਮਝ ਰਹੇ ਹੋ ਤਾਂ ਅੱਛੀ ਗੱਲ ਹੈ, ਨਹੀਂ ਤਾਂ ਆਉਣ ਵਾਲੇ ਟਾਈਮ ਤੁਹਾਡੇ ਲਈ ਇੱਕ ਤਰੀਕੇ ਦਾ ਚੈਲੰਜ ਹੋਏਗਾ, ਉਸ ਨੂੰ ਤੁਹਾਨੂੰ ਫੇਸ ਕਰਨਾ ਹੀ ਪੈਣਾ। ਕੁਝ ਚੀਜ਼ਾਂ ਤੁਸੀਂ ਹੁਣ ਵੀ ਫੇਸ ਕਰ ਰਹੇ ਹੋਵੋਗੇ, ਕੁਝ ਚੀਜ਼ਾਂ ਤੁਸੀਂ ਬਾਅਦ 'ਚ ਵੀ ਫੇਸ ਕਰੋਗੇ। ਦੈਨ ਸੋ ਬੈਟਰ ਹੈ ਆਪਣੇ ਆਪ ਨੂੰ ਪ੍ਰਿਪੇਅਰ ਕਰ ਲਓ। ਤਿਆਰੀ ਕਰ ਰਹੇ ਹੋ ਤਾਂ ਗਵਰਨਮੈਂਟ ਜੌਬ ਦੀ ਤਿਆਰੀ ਪ੍ਰੋਪਰ ਕਰੋ। ਦੈਨ ਪ੍ਰੋਪਰ ਦਾ ਮਤਲਬ ਪ੍ਰੋਪਰ ਕਰੋ। ਜੇ ਤੁਸੀਂ ਗਵਰਨਮੈਂਟ ਜੌਬ ਦੀ ਤਿਆਰੀ ਨਾਲ ਜੇ ਕੋਈ ਸਕਿੱਲ ਵੀ ਨਾਲ ਸਿੱਖੋਗੇ ਇਹ ਤੁਹਾਡੀ ਗਵਰਨਮੈਂਟ ਜੌਬ ਵਿੱਚ ਕੰਮ ਆਏਗੀ। ਸਕਿੱਲ ਸਿੱਖਣੀ ਬਹੁਤ ਜ਼ਰੂਰੀ ਹੈ। ਕਮਿਊਨੀਕੇਸ਼ਨ ਸਕਿੱਲ ਸਿੱਖ ਲਓ, ਦੈਨ ਸਪੀਕਿੰਗ ਸਕਿੱਲ ਸਿੱਖ ਲਓ। ਦੈਨ ਇਹ ਚੀਜ਼ਾਂ ਸਿੱਖਣੀਆਂ ਜ਼ਰੂਰੀਆਂ ਨੇ। ਹਾਲਾਂਕਿ ਹੋ ਸਕਦਾ ਤੁਸੀਂ ਇੰਗਲਿਸ਼ ਸਕਿੱਲਸ ਨਾ ਸਿੱਖ ਪਾਓ ਜਲਦੀ ਹੈ ਨਾ, ਮਗਰ ਕਮਿਊਨੀਕੇਸ਼ਨ ਸਕਿੱਲ ਸਿੱਖ ਲਓ। ਦੈਨ ਜੇ ਤੁਹਾਡਾ ਝੱਕ ਹੈ 4 ਬੰਦਿਆਂ ਵਿੱਚ ਉਹ ਤੁਹਾਡਾ ਘੱਟ ਜੇ, ਉਸ ਦੇ ਲਈ ਕੁਝ ਪ੍ਰੈਕਟਿਸ ਕਰੋ। ਦੈਨ ਇਹ ਕੁਝ ਸਕਿੱਲਸ ਆ ਤੁਹਾਨੂੰ ਕੌਨਫੀਡੈਂਸ ਦੇਣਗੀਆਂ। ਦੈਨ ਇਹ ਤੁਹਾਡੇ ਲਈ ਹੀ ਕਹਿ ਰਿਹਾ। ਸੋ ਸ਼ੁਰੂਆਤ ਕਰਦੇ ਹਾਂ ਆਪਾਂ ਆਪਣੇ ਬਜਟ ਦੀ 2022 ਦੀ। ਤੇ ਇਹ ਵੀ ਕਹਿ ਦਵਾਂ ਇਸ ਬਜਟ ਦੇ ਨਾਲ ਆਪਾਂ ਇਕਨੋਮਿਕ ਸਰਵੇ ਵੀ ਡਿਸਕਸ ਕਰ ਲਾਵਾਂਗੇ ਜਿਹੜਾ 31 ਜਨ ਨੂੰ ਆਪਣਾ ਪਬਲਿਸ਼ ਹੋਇਆ ਸੀ। ਦੈਨ ਤਾਂ ਉਸ ਨੂੰ ਵੀ ਆਪਾਂ ਪ੍ਰੋਪਰਲੀ ਡਿਸਕਸ ਕਰ ਲਵਾਂਗੇ। ਸੋ ਸਿੰਗਲ ਵੀਡੀਓ ਵਿੱਚ ਦੋਨੋਂ ਚੀਜ਼ਾਂ ਡਿਸਕਸ ਹੋ ਜਾਣਗੀਆਂ, ਤੁਹਾਨੂੰ ਹੋਰ ਕਿੱਥੇ ਜਾਣ ਦੀ ਲੋੜ ਨਹੀਂ ਹੈ। ਉਸ ਤੋਂ ਇਲਾਵਾ ਇਸ ਵਿੱਚ ਸਰਪਲਸ ਕੀ ਹੈ ਕਿ ਇਸ ਬਜਟ ਤੋਂ ਬਾਅਦ ਕੱਲ ਸਵੇਰੇ 9 ਵਜੇ ਜਿਹੜੀ ਡੇਲੀ MCQ ਆਪਣੀ ਸੈਸ਼ਨ ਆਉਂਦਾ ਹੈ ਕਰੰਟ ਅਫੇਅਰ ਦਾ, ਉਸ ਵਿੱਚ ਮੈਂ ਬਜਟ ਬਾਰੇ ਡਿਸਕਸ ਕਰਾਂਗਾ ਤਾਂ ਤੁਸੀਂ ਜ਼ਰੂਰ ਲਗਾਉਣਾ ਹੈ। ਤੇ ਹੋਰ ਜਿਹੜਾ ਆਪਾਂ ਉਰੇ ਇਕਨੋਮਿਕ ਸਰਵੇ ਡਿਸਕਸ ਕਰਾਂਗੇ ਉਸ ਤੋਂ ਬਾਅਦ ਇਹ ਸੈਸ਼ਨ ਲਗਾਉਣ ਤੋਂ ਬਾਅਦ ਤੁਸੀਂ ਇਕਨੋਮਿਕ ਸਰਵੇ ਲਈ ਅੱਜ ਦਾ ਜਿਹੜਾ ਸਵੇਰੇ 9 ਵਜੇ ਸੈਸ਼ਨ ਹੋਇਆ ਉਹ ਤੁਸੀਂ ਲਗਾ ਕੇ ਆਪਣੇ MCQ ਮਤਲਬ ਦੇਖ ਸਕਦੇ ਹੋ ਕਿ ਤੁਹਾਨੂੰ MCQ 'ਚ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਪੂਰੇ ਇਕਨੋਮਿਕ ਸਰਵੇ ਲਗਾਉਣ ਤੋਂ ਬਾਅਦ, ਇਕਨੋਮਿਕ ਸਰਵੇ ਪੜ੍ਹਨ ਤੋਂ ਬਾਅਦ। ਡਨ। ਸੋ ਸ਼ੁਰੂਆਤ ਕਰਦੇ ਹਾਂ ਇਹਦੇ ਲਈ ਕਰੰਟ ਅਫੇਅਰਸ ਦੀ। ਪਹਿਲੇ ਗੱਲ ਕਰ ਲੈਂਦੇ ਆਪਾਂ ਪ੍ਰੋਪਰ। ਤੁਹਾਨੂੰ ਪਤਾ ਹੈ ਕਿ ਜਦੋਂ ਨੈਬ ਦਾ ਐਗਜ਼ਾਮ ਹੋਣਾ ਹੈ ਤਾਂ ਉਹ 2022 ਵਿੱਚ ਜੇ ਆਪਾਂ ਦੇਖੀਏ 20 ਮਾਰਚ ਨੂੰ ਹੋਣਾ ਹੈ। ਤੁਹਾਨੂੰ ਪਤਾ ਘੱਟੋ ਘੱਟ 9 ਤੋਂ 10 ਮਹੀਨੇ ਦੇ ਕਰੰਟ ਅਫੇਅਰ ਕਰਕੇ ਜਾਓਗੇ। ਠੀਕ ਹੈ, 6 ਮਹੀਨੇ ਦੀ ਤਾਂ ਇੰਪੋਰਟੈਂਟ ਹੈ ਹੀ ਹੈ, ਮਗਰ ਤੁਸੀਂ ਸਰਪਲਸ ਕਰ ਜਾਓ 9 ਤੋਂ 10 ਮਹੀਨੇ ਦੇ ਕਰ ਜਾਓ। 12 ਮਹੀਨੇ ਦੇ ਨਾ ਕਰਕੇ ਜਾਣਾ ਬਿਲਕੁਲ ਵੀ, 9 ਤੋਂ 10 ਮਹੀਨੇ ਦੇ ਕਰੰਟ ਅਫੇਅਰ ਕਰ ਜਾਓ ਪ੍ਰੋਪਰ। ਡਨ। ਓਕੇ, ਤਾਂ ਕੀ ਕਰ ਸਕਦੇ ਹੋ, ਸਾਡਾ ਈਅਰਲੀ ਕਰੰਟ ਅਫੇਅਰਸ ਲੈ ਸਕਦੇ ਹੋ। ਇਹ ਪ੍ਰੋਪਰ ਤੁਹਾਨੂੰ PDF ਵਿੱਚ ਮਿਲੇਗਾ। 6000 MCQs ਕਵਰ ਕੀਤੇ ਗਏ ਨੇ। ਕਰਨਾ ਕੀ ਹੈ, ਸਿਰਫ ਰਜਿਸਟਰਡ ਕਰੋ ਆਪਣੇ ਆਪ ਨੂੰ ਇਸ ਐਪ ਤੇ। ਉਸ ਤੋਂ ਬਾਅਦ ਸਟੋਰ ਆਪਸ਼ਨ ਵਿੱਚ ਜਾਓ, ਉੱਥੇ ਸਰਚ ਕਰੋ, ਸਿਰਫ ਸਰਚ ਕਰੋ ਈਅਰਲੀ ਕਰੰਟ ਅਫੇਅਰਸ। ਉੱਥੇ ਤੁਹਾਨੂੰ 99 ਰੁਪੀਸ ਵਿੱਚ, ਇਹ ਤੁਸੀਂ ਬਾਈ ਮਿਸਟੇਕ ਹੈ 99 ਰੁਪੀਸ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ। ਤੁਸੀਂ ਪਰਚੇਸ ਕਰਨ ਤੋਂ ਪਹਿਲੇ ਕੰਟੈਂਟ ਦੇਖ ਲਓ, ਜੇ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ 100% ਉਸ ਨੂੰ ਪਰਚੇਸ ਕਰ ਸਕਦੇ ਹੋ। ਠੀਕ ਹੈ ਜੀ। ਚਲੋ ਉਸ ਤੋਂ ਇਲਾਵਾ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸ ਦਵਾਂ। ਜੇ ਆਪਾਂ ਗੱਲ ਕਰੀਏ ਨੈਬ ਦੀ ਤਿਆਰੀ, ਹਲੇ ਵੀ 1 ਮਹੀਨਾ ਹੈਗਾ। ਜਿਨ੍ਹਾਂ ਬੱਚਿਆਂ ਨੇ ਹਲੇ ਤੱਕ ਕਿਤਾਬਾਂ ਨਹੀਂ ਚੱਕੀਆਂ ਜਾਂ ਇਗਨੋਰ ਕਰ ਰਿਹਾ ਉਹ ਕੀ ਕਰ ਸਕਦਾ ਹੈ, ਇਹ ਆਪ ਸਾਡਾ ਬੈਚ ਲੈ ਸਕਦਾ ਹੈ। ਅਸੀਂ ਬੈਚ ਵਿੱਚ ਆਲਰੇਡੀ ਸਿਲੇਬਸ ਕਰਾ ਚੁੱਕੇ ਹਾਂ, ਮਗਰ ਬੱਚਿਆਂ ਨੂੰ ਅਸੀਂ ਫ੍ਰੀ ਨਹੀਂ ਬੈਠਿਆ ਹੋਇਆ। ਦੈਨ ਦਸੰਬਰ ਤੋਂ ਦੁਬਾਰਾ ਲਾਈਵ ਬੈਚ ਸਟਾਰਟ ਕਰਤਾ। ਦੈਨ ਜਿਹੜੇ ਬੱਚੇ ਪਹਿਲੇ 3 ਬੈਚ ਲਗਾ ਚੁੱਕੇ ਨੇ ਦੁਬਾਰਾ ਚੌਥੇ ਬੈਚ ਵੀ ਆ ਗਏ, ਉਹਨਾਂ ਦੇ ਦੇਖੋ ਕਿੰਨੀ ਰਿਵੀਜ਼ਨ ਹੋ ਗਈ। ਤੇ ਤੁਸੀਂ ਦੇਖੋ ਜੇ ਤੁਸੀਂ ਇਗਨੋਰ ਕਰ ਰਹੇ ਹੋ ਤਾਂ ਤੁਹਾਡਾ ਨੁਕਸਾਨ ਹੋਏਗਾ। ਦੈਨ ਪੋਸਟਾਂ ਨਹੀਂ ਦੇਖਣੀਆਂ, ਤੁਹਾਨੂੰ ਸਿਰਫ 1 ਸੀਟ ਚਾਹੀਦੀ ਹੈ, 1 ਸੀਟ। ਤਾਂ ਨੈਬ ਲਈ ਅਸੀਂ ਦੇਖੋ ਤੁਹਾਨੂੰ ਓਪਰਚੁਨਿਟੀ ਪ੍ਰੋਵਾਈਡ ਕਰ ਰਹੇ ਹਾਂ, ਕਹਿ ਰਹੇ ਹਾਂ ਕਿ 50% ਆਫ ਹੋ ਚੁੱਕਾ ਹੈ। ਸਿਰਫ 999 ਤੁਹਾਨੂੰ ਪ੍ਰੋਪਰ ਕੋਰਸ ਮਿਲ ਰਿਹਾ ਹੈ, ਟੈਸਟ ਸੀਰੀਜ਼ ਵਿੱਚ ਇੰਕਲੂਡ ਹੈ। ਦੈਨ ਹਾਂ ਉਹ ਲਿਮਿਟਡ ਟੈਸਟ ਸੀਰੀਜ਼ ਹੈ, ਮਗਰ ਤਾਂ ਵੀ ਤੁਹਾਡੇ ਲਈ ਮਤਲਬ ਇੱਕ ਤਰ੍ਹਾਂ ਕੇ ਨੁਕਸਾਨ ਨਹੀਂ ਹੋਏਗਾ। ਦੈਨ ਇੱਕ ਅੱਛਾ ਐਕਸਪੀਰੀਅੰਸ ਹੀ ਕਰੋਗੇ। ਸਮਝ ਪਾ ਰਹੇ ਹੋ?
ਸੋ ਨੈਬ ਦਾ ਐਗਜ਼ਾਮ ਦੇ ਲਈ ਪ੍ਰੋਪਰ ਤਿਆਰੀ ਕਰ ਸਕਦੇ ਹੋ। ਇਹ ਵੀ ਤੁਹਾਨੂੰ ਐਪ ਤੇ ਮਿਲ ਜਾਏਗਾ, ਸਾਰੀ ਚੀਜ਼ਾਂ ਤੁਹਾਨੂੰ ਐਪ ਤੇ ਮਿਲਣਗੀਆਂ। ਜਿਹੜੇ ਬੱਚੇ ਨੇ ਹਲੇ ਤੱਕ ਐਪ ਨਹੀਂ ਡਾਊਨਲੋਡ ਕੀਤੀ ਦੈਨ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਣਾ। ਇਹ ਮੈਂ ਸਾਫ਼ ਕਹਿ ਦਾਂ, ਐਪ ਤੇ ਡੇਲੀ ਲਾਈਵ ਕਲਾਸਿਸ ਹੋ ਰਹੀਆਂ ਨੇ। ਸਵੇਰੇ 11 ਵਜੇ ਕਰੰਟ ਅਫੇਅਰ ਦੀ ਕਲਾਸ, ਉਹ ਵੀ ਡਿਟੇਲ ਐਨਾਲਾਈਸਿਸ, ਉਹਦਾ ਇੱਕ ਡੈਮੋ ਲੈਕਚਰ ਸਾਨੂੰ YouTube ਤੇ ਵੀ ਦੇਖਣ ਨੂੰ ਮਿਲੇਗਾ। ਦੈਨ ਉਸ ਤੋਂ ਇਲਾਵਾ ਤੁਹਾਨੂੰ ਜੀਓਗ੍ਰਾਫੀ ਦੀ ਕਲਾਸ, ਉਸ ਤੋਂ ਇਲਾਵਾ ਹਿਸਟਰੀ ਦੀ ਕਲਾਸ, ਹਿਸਟਰੀ ਮਾਡਰਨ ਹਿਸਟਰੀ ਅਸੀਂ ਸਿਲੇਬਸ ਕੰਪਲੀਟ ਕਰ ਚੁੱਕੇ ਹਾਂ ਬਾਈ ਦਾ ਵੇ, ਪ੍ਰੈਕਟਿਸ ਸਟਾਰਟ ਹੋਣ ਵਾਲੀ ਹੈ। ਉਸ ਤੋਂ ਇਲਾਵਾ ਜੇ ਮੈਂ ਗੱਲ ਆਖਾਂ ਤੁਹਾਨੂੰ 6 ਵਜੇ, ਠੀਕ ਹੈ, ਮੋਸਟਲੀ 6 ਵਜੇ ਪੋਲਿਟੀ ਦੀ ਕਲਾਸ, 7 ਵਜੇ 5000 MCQs। ਦੇਖੋ ਅਸੀਂ ਕੀ ਕਰਤਾ ਕਿ ਬੱਚਿਓ ਕਿ ਤੁਸੀਂ ਆਪਣਾ ਸਿਲੇਬਸ ਕੰਪਲੀਟ ਕਰੋ, ਉਸ ਤੋਂ ਬਾਅਦ 5000 MCQ ਸਾਡੇ ਨਾਲ ਕਵਰ ਕਰੋ। ਡਨ, ਨਾਲ ਠੀਕ ਹੈ, ਸਿਲੇਬਸ ਨਾਲ ਕਰੋ, ਨਾਲ MCQ ਦੀ ਪ੍ਰੈਕਟਿਸ ਕਰੋ। ਇਹ ਵੀ ਆਪਾਂ ਨੇ ਨਾਲ ਸ਼ੁਰੂਆਤ ਕਰਤੀ। ਉਸ ਤੋਂ ਇਲਾਵਾ 8 ਵਜੇ ਰੀਜ਼ਨਿੰਗ ਦੀ ਕਲਾਸ, 9 ਵਜੇ ਜਿਹੜੀ ਕਲਾਸ ਹੁੰਦੀ ਹੈ ਸਾਇੰਸ ਦੀ ਹੁੰਦੀ ਹੈ, ਉਹ ਸਾਇੰਸ ਦਾ ਬੇਸਿਕ ਹੋ ਰਿਹਾ। ਉਸ ਦੇ ਨਾਲ ਅਸੀਂ ਹੁਣ ਟੈਕ ਦੀ ਕਲਾਸਿਸ ਸਟਾਰਟ ਕਰਨ ਜਾ ਰਹੇ ਹਾਂ। ਉਸ ਤੋਂ ਇਲਾਵਾ 9:30 ਵਜੇ ਦੈਨ ਹੁਣ ਆਉਣ ਵਾਲੇ ਟਾਈਮ ਵਿੱਚ ਤੁਹਾਨੂੰ ਇਸਦੀਆਂ एनवायरमेंट ਦੀ ਕਲਾਸਿਸ ਦੇਖਣ ਨੂੰ ਮਿਲਣਗੀਆਂ। ਦੈਨ एनवायरमेंट ਦੀ ਕਲਾਸਿਸ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਪੋਲਿਟੀ ਦਾ ਸਿਲੇਬਸ ਵੀ ਕੰਪਲੀਟ ਹੋਣ ਵਾਲਾ ਹੈ। ਉਸ ਤੋਂ ਬਾਅਦ ਫਿਰ एनवायरमेंट ਹੋਏਗਾ। ਦੈਨ ਸੋ ਸਟਾਰਟ ਕਰ ਦਿਓ ਆਪਣੀ ਤਿਆਰੀ, ਹਲੇ ਵੀ ਮਹੀਨਾ ਹੈਗਾ, ਹਲੇ ਵੀ ਪ੍ਰੈਕਟਿਸ ਕਰ ਸਕਦੇ ਹੋ। ਦੈਨ ਜੇ ਕੋਈ ਵੀ ਪ੍ਰੋਬਲਮ ਆਵੇ ਇਸ ਨੰਬਰ ਤੇ ਕਾਲ ਕਰ ਲਿਓ 9041043677। ਸੋ ਸ਼ੁਰੂਆਤ ਕਰਦੇ ਹਾਂ, ਟਾਈਮ ਵੇਸਟ ਨਹੀਂ ਕਰਨਾ ਆਪਾਂ ਨੇ। ਦੈਨ ਸਭ ਤੋਂ ਪਹਿਲੇ ਤਾਂ ਇਹ ਸਮਝੋ ਕਿ ਆਪਾਂ ਇਕਨੋਮਿਕ ਸਰਵੇ ਤੇ ਬਜਟ ਦੋਨੋਂ ਡਿਸਕਸ ਕਰ ਰਹੇ ਹਾਂ। ਉਰੇ ਤੁਸੀਂ ਇਸ ਨੂੰ ਧਿਆਨ ਚ ਨਹੀਂ ਦੇਣਾ, ਠੀਕ ਹੈ। ਇਹ ਮੈਂ ਤੁਹਾਨੂੰ ਸਿਰਫ ਸਮਝਾਉਣ ਲਈ ਲੈ ਕੇ ਆਇਆ ਕਿ ਜਿਹੜੀ ਮੈਨੂੰ ਇਮੇਜ ਮਿਲੀ ਹੈ ਗੂਗਲ ਤੋਂ, ਉਹ ਸਿਰਫ ਸਮਝਾਉਣ ਲਈ ਹੈ ਕਿ ਇਕਨੋਮਿਕ ਸਰਵੇ ਤੇ ਬਜਟ ਵਿੱਚ ਦੋਨਾਂ ਵਿੱਚ ਜੇ ਆਪਾਂ ਦੇਖੀਏ ਉਹਨਾਂ ਨੂੰ ਜੇ ਆਪਾਂ ਡਿਸਕਸ ਕਰਨਾ ਤਾਂ ਸਭ ਤੋਂ ਪਹਿਲੇ ਇਹ ਪਤਾ ਹੋਣਾ ਚਾਹੀਦਾ ਕਿ ਇਕਨੋਮਿਕ ਸਰਵੇ ਕੀ ਹੈ। ਡਨ, ਓਕੇ। ਇਕਨੋਮਿਕ ਸਰਵੇ ਕੁਝ ਨਹੀਂ ਹੈ। ਇਕਨੋਮਿਕ ਸਰਵੇ ਹੈ ਕਿ ਜਿਹੜਾ ਤੁਹਾਡਾ ਪਿਛਲਾ ਸਾਲ ਲੰਘ ਕੇ ਗਿਆ। ਪਿਛਲਾ ਸਾਲ ਕਿਹੜਾ ਹੋ ਗਿਆ? 2021-22 ਵਾਲਾ। 2021-22 ਕਿਵੇਂ ਸਮਝੋ? 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਜਿਹੜਾ ਤੁਹਾਡਾ ਲੰਘ ਕੇ ਗਿਆ ਈਅਰ, ਪ੍ਰੋਪਰ ਫਾਈਨੈਂਸ਼ੀਅਲ ਈਅਰ, ਉਸ ਵਿੱਚ ਤੁਹਾਡੀ ਜਿਹੜੀ ਹੈ ਇਕਨੋਮਿਕ ਡਿਵੈਲਪਮੈਂਟ ਕਿਸ ਤਰ੍ਹਾਂ ਦੀ ਰਹੀ। ਦੈਨ ਜੋ ਤੁਸੀਂ ਸੋਚਿਆ, ਜੋ ਤੁਸੀਂ ਇਕਨੋਮਿਕਲ ਐਕਟੀਵਿਟੀ ਕਰਨੀ ਚਾਹੀ ਗਵਰਨਮੈਂਟ ਨੇ, ਜੋ ਤੁਸੀਂ ਪਾਲਿਸੀਜ਼ ਲੈ ਕੇ ਆਏ, ਉਹ ਕਿਸ ਤਰ੍ਹਾਂ ਇੰਪਲੀਮੈਂਟ ਹੋਈਆਂ ਤੇ ਉਸ ਦੀ ਕੀ ਰਿਪੋਰਟ ਕਾਰਡ ਹੈ, ਉਸ ਨੂੰ ਕਹਿੰਦੇ ਆਪਾਂ ਇਕਨੋਮਿਕ ਸਰਵੇ। ਇਕਨੋਮਿਕ ਸਰਵੇ ਕੀ ਹੈ? ਰਿਪੋਰਟ ਕਾਰਡ ਹੈ ਕਿ ਕਿੰਨੀ ਕੋਈ ਇਕਨੋਮਿਕ ਡਿਵੈਲਪਮੈਂਟ ਹੋਈ ਹੈ। ਜੋ ਅਸੀਂ ਐਸਟੀਮੇਟ ਲਗਾਏ ਸੀ ਬਜਟ ਵਿੱਚ, ਉਸ ਦੇ ਹਿਸਾਬ ਸਿਰ ਇਕਨੋਮਿਕ ਸਰਵੇ ਸਾਨੂੰ ਕੀ ਦੇਖਣ ਨੂੰ ਮਿਲਦਾ, ਕਿਆ ਫਾਇਦਾ ਹੋਇਆ, ਕਿਆ ਨੁਕਸਾਨ ਹੋਇਆ, ਕੀ ਦੇਖਣ ਨੂੰ ਮਿਲਦਾ, ਉਹ ਸੀ ਸਾਨੂੰ ਇਕਨੋਮਿਕ ਸਰਵੇ ਵਿੱਚ ਦੇਖਣ ਨੂੰ ਮਿਲਦਾ। ਸਮਝ ਗਏ? ਇੱਕ ਤਰ੍ਹਾਂ ਦੀ ਇਕਨੋਮਿਕ ਰਿਪੋਰਟ ਹੈ ਜੋ ਤੁਹਾਨੂੰ ਡਿਟੇਲ ਪ੍ਰੋਵਾਈਡ ਕਰੇਗੀ ਵਿਦ ਡਾਟਾ, ਸਟੈਟਿਸਟੀਕਲ ਡਾਟਾ ਦੱਸੇਗੀ ਕਿ ਇਕਨੋਮੀ ਵਿੱਚ ਪਿਛਲੇ ਸਾਲ ਵਿੱਚ ਕਿੰਨਾ ਫਰਕ ਆਇਆ, ਨੈਗੇਟਿਵ ਇੰਪੈਕਟ ਪਿਆ ਜਾਂ ਪੋਜ਼ਿਟਿਵ ਇੰਪੈਕਟ ਪਿਆ, ਕਿਹੜੇ ਸੈਕਟਰ ਵਿੱਚ ਅੱਛਾ ਰਿਹਾ, ਕਿਹੜਾ ਸੈਕਟਰ ਨੁਕਸਾਨ ਰਿਹਾ। ਜਿਵੇਂ ਮੈਂ ਗੱਲ ਆਖਾਂ ਜਿਹੜੇ ਇਸ ਵਿੱਚ, ਜਿਵੇਂ ਇਸ ਸਾਲ ਦੇ ਵਿੱਚ ਸਭ ਤੋਂ ਵੱਡੀ ਗੱਲ ਨਿਕਲੀ ਜਿਹੜੀ ਲੇਬਰ ਫੋਰਸ ਹੈ, ਡਨ, ਉਹ ਘਟ ਗਈ ਹੈ। ਲੇਬਰ ਫੋਰਸ ਮਤਲਬ ਜਿਹੜੀ 15 ਤੋਂ ਲੈ ਕੇ 65 ਸਾਲ ਤੱਕ ਜਿਹੜੀ ਉਮਰ ਹੈ ਹਨਾ, ਉਸ ਵਿੱਚ 59 ਆਈ ਥਿੰਕ ਹਨਾ, ਉਸ ਵਿੱਚ ਦੇਖਣ ਨੂੰ ਮਿਲਿਆ ਕਿ ਲਗਭਗ 6 ਤੋਂ 7% ਘਾਟਾ ਦੇਖਣ ਨੂੰ ਮਿਲਿਆ ਕਿ ਲੇਬਰ ਫੋਰਸ ਮਤਲਬ ਕਿ ਲੇਬਰ ਫੋਰਸ ਪਾਰਟਿਸਿਪੇਸ਼ਨ ਦਾ ਕੀ ਮਤਲਬ ਹੋ ਗਿਆ ਕਿ ਲੋਕੀ ਕੰਮ ਹੀ ਨਹੀਂ ਕਰਨਾ ਚਾਹੁੰਦੇ। 6 ਤੋਂ 7% ਲੋਕੀ ਕੰਮ ਹੀ ਨਹੀਂ ਕਰ ਪਾ ਰਹੇ। ਸਾਡੀ ਲੇਬਰ ਫੋਰਸ ਵਿੱਚ ਪਾਰਟਿਸਿਪੇਸ਼ਨ ਵਿੱਚ ਉਹਨਾਂ ਦਾ ਫਰਕ ਆ ਗਿਆ, ਉਹ ਐਗਜ਼ਿਟ ਮਾਰ ਚੁੱਕੇ ਨੇ। ਸਮਝ ਪਾ ਰਹੇ ਹੋ? ਤੇ ਜਿਹੜਾ ਮੋਸਟਲੀ ਜਿਹੜਾ ਕਦੋਂ ਰੱਖਿਆ ਜਾਂਦਾ ਇਕਨੋਮਿਕ ਸਰਵੇ, ਬਜਟ ਸੈਸ਼ਨ ਦੇ ਦੌਰਾਨ ਰੱਖਿਆ ਜਾਂਦਾ ਹੈ, ਮਗਰ ਇਹ ਧਿਆਨ ਰੱਖਣਾ ਯੂਨੀਅਨ ਬਜਟ ਤੋਂ ਪਹਿਲੇ ਲਿਆਇਆ ਜਾਂਦਾ ਹੈ। ਡਨ, ਓਕੇ। ਸੋ ਤੁਸੀਂ ਧਿਆਨ ਚ ਰੱਖ ਸਕਦੇ ਹੋ। ਐਕਸੈਪਸ਼ਨਸ ਕੀ ਹੈ ਕਿ ਮੋਸਟਲੀ ਜਦੋਂ ਆਪਣਾ ਇਲੈਕਸ਼ਨ ਈਅਰ ਹੁੰਦਾ ਉਸ ਵਕਤ ਇਕਨੋਮਿਕ ਸਰਵੇ ਜਿਹੜਾ ਹੁੰਦਾ ਉਹ ਨਹੀਂ ਧਿਆਨ ਚ ਰੱਖਿਆ ਜਾਂਦਾ। ਡਨ, ਜਿਹੜੀ ਨਿਊ ਗਵਰਨਮੈਂਟ ਆਉਂਦੀ ਹੈ ਉਹ ਜੁਲਾਈ ਵਿੱਚ ਲੈ ਕੇ ਆਉਂਦੀ ਇਕਨੋਮਿਕ ਸਰਵੇ, ਡਨ, ਪ੍ਰੋਪਰਲੀ ਬਜਟ ਦੇ ਨਾਲ। ਡਨ, ਉਸ ਤੋਂ ਇਲਾਵਾ ਜੇ ਆਪਾਂ ਦੇਖੀਏ ਸਭ ਤੋਂ ਵੱਡੀ ਗੱਲ, ਇਹ ਗਵਰਨਮੈਂਟ ਦੇ ਉੱਪਰ ਬਾਈਂਡਿੰਗ ਨਹੀਂ ਹੈ। ਬਾਈਂਡਿੰਗ ਦਾ ਕਿਉਂ ਕਹਿ ਰਹੇ ਹਾਂ ਆਪਾਂ? ਕਿਉਂਕਿ ਇਕਨੋਮਿਕ ਸਰਵੇ ਵਿੱਚ ਕੁਝ ਰਿਕਮੈਂਡੇਸ਼ਨਸ ਵੀ ਮਿਲਦੀਆਂ। ਪਹਿਲੇ ਸਾਰਾ ਐਨਾਲਾਈਜ਼ ਕਰ ਦੇਣਗੇ, ਫਿਰ ਐਂਡ ਵਿੱਚ ਇੱਕ ਰਿਕਮੈਂਡੇਸ਼ਨ ਦੇ ਦੇਣਗੇ ਕਿ ਤੁਸੀਂ ਸਰਕਾਰ ਕੀ ਕਰ ਸਕਦੀ ਹੈ। ਇਹ ਜਿਹੜੀ ਰਿਕਮੈਂਡੇਸ਼ਨਸ ਹੈ ਇਹ ਗਵਰਨਮੈਂਟ ਦੇ ਉੱਪਰ ਬਾਈਂਡਿੰਗ ਨਹੀਂ ਹੈ। ਉਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ, ਇਸ ਬਾਰੇ ਗੱਲ, ਇਕਨੋਮਿਕ ਸਰਵੇ ਬਾਰੇ ਗੱਲ ਕਿਸੇ ਵੀ ਕਨਸਟੀਟਿਊਸ਼ਨ ਦੇ ਪ੍ਰੋਵੀਜ਼ਨ ਵਿੱਚ ਨਹੀਂ ਆਖੀ ਹੋਈ। ਸਾਡੇ ਜਿਹੜੇ ਭਾਰਤ ਦਾ ਜਿਹੜਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਕਿੱਥੇ ਵੀ ਨਹੀਂ ਆਖੀ ਹੋਈ। ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਡਨ, ਓਕੇ। ਤੁਸੀਂ ਧਿਆਨ ਵਿੱਚ ਰੱਖਣਾ ਹੈ। ਚਲੋ, ਇਹ ਆਪਣੀ ਇਹਨੂੰ ਤੁਸੀਂ ਬਾਕੀ ਚੀਜ਼ਾਂ ਨੂੰ ਇਗਨੋਰ ਕਰਨਾ, ਸਿਰਫ ਸਮਝਾਉਣ ਦਾ ਤਰੀਕਾ ਦੱਸ ਰਿਹਾ ਤੁਹਾਨੂੰ ਮੈਂ। ਸੋ ਆਪਾਂ ਨੇ ਇਕਨੋਮਿਕ ਸਰਵੇ ਪੜ੍ਹਨਾ ਹੈ ਤਾਂ ਉਹਦਾ ਮੇਨ ਹਾਈਲਾਈਟਸ ਪੜ੍ਹਨੇ ਨੇ। ਦੈਨ ਉਸ ਵਿੱਚੋਂ ਤੁਸੀਂ ਕੀ ਚੀਜ਼ਾਂ ਯਾਦ ਰੱਖਣੀਆਂ ਨੇ ਤਾਂ ਉਹੀ ਚੀਜ਼ਾਂ ਤੁਹਾਨੂੰ ਯਾਦ ਰੱਖਣੀਆਂ ਨੇ। ਫਾਲਤੂ ਆਪਣਾ ਦਿਮਾਗ ਨਹੀਂ ਖਰਾਬ ਕਰਨਾ, ਕਿਉਂਕਿ ਜੋ ਤੁਹਾਡਾ ਐਗਜ਼ਾਮ ਹੈ ਉਸ ਵਿੱਚ ਇਸ ਤੋਂ ਬਾਹਰ ਨਹੀਂ ਪੁੱਛਿਆ ਜਾਣਾ। ਦੈਨ ਸੋ ਸਭ ਤੋਂ ਪਹਿਲੇ ਇਕਨੋਮਿਕ ਸਰਵੇ 'ਚ ਦੱਸਿਆ ਕਿ ਤੁਹਾਡੀ GDP ਗਰੋਥ ਕਿੰਨੀ ਰਹੇਗੀ। 22 ਜੇ ਆਪਾਂ ਦੇਖੀਏ 21-22 ਦੀ ਜਿਹੜਾ ਕਰੰਟ ਈਅਰ ਚੱਲ ਰਿਹਾ ਉਸ ਵਿੱਚ ਤੁਹਾਡੀ GDP ਗਰੋਥ ਕਿੰਨੀ ਰਹੇਗੀ। ਇਹ ਵੀ ਇਹਨਾਂ ਨੇ ਐਸਟੀਮੇਟ ਲਗਾਇਆ ਕਿ ਕਿੰਨੀ ਰਹੇਗੀ, 9.2% ਰਹੇਗੀ। ਤੇ 22-23 ਦੀ ਕਿੰਨੀ ਰਹੇਗੀ, 8 ਤੋਂ ਲੈ ਕੇ 8.5%। ਇਸ ਵਿੱਚ ਸਾਨੂੰ ਨੁਕਸਾਨ ਕਿਉਂ ਦੇਖਣ ਨੂੰ ਮਿਲ ਰਿਹਾ? ਕਿਉਂਕਿ ਤੁਸੀਂ ਦੇਖਣਾ ਆਉਣ ਵਾਲੇ ਟਾਈਮ 'ਚ ਜਿਹੜੇ ਇਨਫਲੇਸ਼ਨ ਵਧੇਗੀ, ਦੈਨ ਇਨਫਲੇਸ਼ਨ ਵਧੇਗੀ। ਆਲਰੇਡੀ ਜਿਹੜਾ ਸਾਡਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੈ ਉਹ ਵੀ ਇਨਕਰੀਜ਼ ਹੋ ਰਿਹਾ, ਹੋਲਸੇਲ ਪ੍ਰਾਈਸ ਇੰਡੈਕਸ ਹੈ ਉਹ ਵੀ ਇਨਕਰੀਜ਼ ਹੋ ਰਿਹਾ। ਆਪਾਂ ਇਨਫਲੇਸ਼ਨ ਦਾ ਮੈਜ਼ਰ ਇਹਨਾਂ ਦੋਨੋਂ ਤਰੀਕੇ ਨਾਲ ਕਰਦੇ ਆ ਨਾ, ਇਹਨਾਂ ਦੋਨੋਂ ਤਰੀਕੇ ਨਾਲ ਅਸੀਂ ਮੈਜ਼ਰ ਕਰਦੇ ਹਾਂ। ਦੈਨ ਤਾਂ ਤੁਸੀਂ ਦੇਖੋਗੇ ਹੋਲਸੇਲ ਪ੍ਰਾਈਸ ਇੰਡੈਕਸ ਵੀ 12.5 ਤੱਕ ਪਹੁੰਚ ਗਿਆ, ਇਹ ਵੀ 5.9 ਤੱਕ ਪਹੁੰਚ ਗਏ। ਡਨ, ਓਕੇ।
यानी कि महंगाई ਵਧੇਗੀ आने वाले टाइम 'ਚ ਤੁਸੀਂ देखना चोणां हो जाण दो चोणां होने तो बाद पेट्रोल डीजल महंगे हो जाएंगे क्योंकि पिछों जो क्रूड ऑयल है ना वो भी महंगा होता जा रहा है इंपोर्ट करना औखा होया पिया तो इस चीज़ को ध्यान च रखना उस तो इलावा साडा जिहड़ा फिजिकल डेफिसिट है डन वित्तीय घाटा जिहड़ा अपना वो भी देखोगे तुसीं जिहड़ा 21-22 का रहेगा वो कितना रहेगा 6.8% ये भी इन्होंने एस्टीमेट किया इस तरह के क्वेश्चन पूछे जाते हैं उस तो इलावा जिहड़ी महंगाई है तुसीं देख सकते हो महंगाई जिहड़ी है CPI की कंबाइंड जे देखिए तो 5.2% दन उस तो इलावा WPI की जिहड़ी रहेगी अपनी महंगाई 12.5% जिहड़ा होलसेल प्रोडक्ट्स है वो महंगे होंदे जा रहे हैं तो उसका इफेक्ट आने वाले टाइम सानू कंज्यूमर उपर दबाव देखने को मिलेगा अगले 1 साल में देखना तुसीं महंगाई होर वध जानी है डन उस तो इलावा पॉजिटिव गल की निकली जो साडा फॉरेन एक्सचेंज रिजर्व है वो लगातार इंक्रीज होंदा जा रहा है डन लगातार इंक्रीज होंदा जा रहा है इसका फायदा की देखिया सानू कि एक्सपोर्ट सरप्लस हो रहे हैं आपां किते ना किते साडा एक्सपोर्ट अच्छा जा रहा है अपना डन पिछले लॉकडाउन तो लैके 2020 तो लैके 2022 तक डन जे आप करंट की ईयर गल करिए एक्सपोर्ट अच्छा हो रहा है अपना है ना मगर इसका मतलब ये नहीं है कि इंपोर्ट भी घट गया इंपोर्ट भी लगातार आप कर रहे हैं मगर एक्सपोर्ट विच कितना किते परसेंटेज इंक्रीज होया देखने को मिले एक पॉजिटिव निकलिया जे एक्सपोर्ट होएगा समझ रहे हो तो साडे कोल फॉरेन करंसी आएगी तो रिजर्व्स आएंगे तो RBI नूं आसानी हो जाती है RBI ढिल दे सकती है RBI जिहड़ी लिक्विडिटी विच ढिल दे सकती है रेपो रेट नूं सस्टेन कर सकती है बैंक विच डन ओके बैंक की रेपो रेट है प्रॉपरली उन्होंने मेनटेन कर सकती है अपनी मोनेटरी पॉलिसी नूं एक पॉजिटिव तरीके नाल चला सकती है मार्केट नूं सही तरीके नाल कंट्रोल कर सकती है कोई भी एमरजेंसी आ जाए तो उस सस्टेन कर सकती है कोई नुकसान नहीं होना डन इकोनॉमी नूं तो यह फायदा हो जाता फॉरेन एक्सचेंज रिजर्व्स का उस तो इलावा जी एग्रीकल्चर है उन्होंने तो सानू हमेशा साथ दिता है डन जे मैं गल आखां जो लॉकडाउन से सारियां सैक्टर जिहड़ियां सी नैगेटिव सी सिर्फ एग्रीकल्चर ऐसा सैक्टर सी फॉरेस्ट्री ते फिशिंग सैक्टर जिस विच सानू सस्टेन देखने को मिलिया तुसीं देख सकते हो जिहड़ा 2021 दा फाइनैंशियल ईयर सी 3.6% की ग्रोथ हुई सी डन 21-22 का जिहड़ा सैक्टर सी तो तुसीं देखोगे उन्होंने एस्टीमेट लगाया कि इस साल जिहड़ी उन्हां दी GDP विच एग्रीकल्चर की कॉन्ट्रीब्यूशन देखने को मिलेगी जी ग्रोथ कॉन्ट्रीब्यूशन देखने को मिलेगी वो सानू देखने को मिलेगी 3.9% कितने परसेंट 3.9% उस तो इलावा जी इंडस्ट्रीयल ग्रोथ है वो देखोगे तुसी जे आप कोविड के दौरान नैगेटिव सी मगर इस बार उन्होंने क्या एस्टीमेट लगाया कि 11.8% की जी है मतलब ग्रोथ देखने को मिलेगी डन ये सारे एस्टीमेशन है उस अलावा सर्विस सैक्टर में जो मैं गल आखां तो उन्होंने कहा कि जिहड़ा इस साल जी ग्रोथ देखने को मिलेगी वो 8.2% देखने को मिलेगी सिर्फ इन्ना चीज़ां याद रख लो होर चीज़ तुहानूं याद करने की कोई लोड़ नहीं है ठीक है चलो उस तो बाद अगे देखते हैं आप अपने बजट की गल बजट से जाने तो पहला तुहानूं पता होना चाहिए आर्टिकल 112 अपने कॉन्स्टिट्यूशन के आर्टिकल 112 विच क्या होया कि एक स्टेटमेंट होएगी जिस विच आपां एस्टीमेट रिसिप्ट्स होणगियां ते एस्टीमेट एक्सपेंडिचर होएगा जो मतलब आने वाले साल ही आपां एस्टीमेट करांगे कि साडा इन्ना खर्चा होएगा इन्ना साडा की होएगा इन्ना साडा जिहड़ा रेवन्यू होएगा डन इस दे बारे आपां प्रॉपर मतलब एक स्टेटमेंट बनावांगे ते एनालाइज करांगे कि किस खर्चे नूं आपां कित्थे लोकेट करना है किहड़ी मिनिस्ट्री दा किन्ना खर्चा होएगा वो सारा उस फाइनैंशियल डॉक्यूमेंट च आपां दवांगे ते ये भी दसांगे कि आने वाले साल विच आपां किहड़ी पॉलिसीज उपर काम करन जा रहे हैं कि किन्ना कैपिटल एक्सपेंडिचर करांगे किन्ना रेवन्यू एक्सपेंडिचर होएगा इस दे बारे आपां प्रॉपर जानकारी दिंदे हां तां एक चीज होर समझ लो जिहड़ा अपना इकोनॉमिक सर्वे हुंदा वो पिछले साल दा जिहड़ा लंघ के जा रहा है साल जिवें 31 मार्च तक दा जिहड़ा पूरा साल हो जाएगा अपना ठीक है 21-22 वाला जिहड़ा साल हो जाएगा उस बारे जानकारी दिंदा कि उस साल विच किन्नी इकोनॉमिक एक्टिविटी होई ठीक है उसकी रिपोर्ट कार्ड दिंदा है डन किन्नी इकोनॉमिक डेवलपमेंट हुई मगर जिहड़ा बजट है वो आने वाले साल नूं बारे दसदा है कि आने वाले साल विच आपां की करन जा रहे हैं किन्ना खर्चा करन जा रहे हैं आने वाला साल मतलब 1 अप्रैल तो लैके 31 मार्च यानी कि 2022 1 अप्रैल तो लैके 2023 31 मार्च डन ओके इस साल विच आपां की करन जा रहे हैं उसदे बारे जानकारी करदे हैं ठीक है आपां की करना है वो आज ही आपां इस वीडियो च जाणांगे है ना पता लगेगा सानू कि गवर्नमेंट ने की बजट पेश किया है अगले 1 साल विच वो कित्थे मतलब उसदा ध्यान है कित्थे फोकस है उसदा की चीज़ां करन जा रही हैं की चीज़ां न्यू करन जा रही है इस बारे आपां ध्यान च रखांगे चलो डन इस एनुअल फाइनैंशियल स्टेटमेंट नूं ही आपां एक बजट कहने हैं डन उस नूं ही आपां मेन बजट दा डॉक्यूमेंट मनने हैं वैसे बजट दा किसी भी तरीके नाल नाम जिहड़ा है वो कॉन्स्टिट्यूशन विच नहीं है बजट बारे कित्थे भी गल नहीं आखी हुई सिर्फ एनुअल फाइनैंशियल स्टेटमेंट बारे गल आखी हुई है वो तां आपां ने नाम देता उन्हां नूं डन चलो हुण कुछ इंपोर्टेंट पॉइंट्स जिहड़े तुहानूं याद रखने ने सब तो पहला मैं बजट स्टार्ट करन तो पहला तुहानूं दसना चाहां जिवें इकोनॉमिक सर्वे ने कहा सी कि इंडिया की जिहड़ी GDP ग्रोथ रहेगी वो 9.2% रहेगी तां बजट विच भी जिहड़ा बजट पेश किया गया गवर्नमेंट वालों उन्होंने भी कहा कि 9.2% ही रहेगी उस तो इलावा सब तो वड्डी गल जिहड़ी आपां प्रोडक्टिव लिंक्ड जिहड़ी इंसेंटिव स्कीम है जिहड़ी न्यू स्कीम लियाउंदी असी आपां ने कोविड के दौरान ठीक है जो आपां ने आत्मनिर्भर भारत जिहड़ी स्कीम सी उस विच PLI स्कीम लियाउण दी कोशिश कीती सी आपां ने
उस विच उन्होंने कहा कि ये जिहड़ी आपां स्कीम ले आए हैं इसदा इंपैक्ट की होएगा कि साडियां 60 लाख न्यू जॉब क्रिएट होणगियां। इस नाल फायदा ये हो जाएगा प्रोडक्शन लिंक्ड इंसेंटिव स्कीम नाल कि आने वाले टाइम च जे असीं इंसेंटिव देवांगे, जे असीं मैन्युफैक्चरिंग नूं बूस्ट करांगे, सर्विस सैक्टर नूं बूस्ट करांगे, इलैक्ट्रॉनिक्स सैक्टर नूं आपां बूस्ट करांगे तां उत्थों दीयां जॉब्स क्रिएट होणगियां। तां उन्होंने अनुमान लगाया है कि 60 लाख न्यू जॉब्स क्रिएट होणगियां। डन ओके। उस तो इलावा टोटल एक्सपेंडिचर इन्होंने एस्टिमेट किया कि अगले साल साडा जिहड़ा टोटल खर्चा रहेगा वो 39.45 लाख करोड़ होएगा। उस तो इलावा जो रिसिप्ट्स रहणगियां टोटल 22-23 फाइनैशियल ईयर दियां वो रहणगियां अपनियां 22.84 लाख करोड़ होएगा। साफ देख लो साडा खर्चा कितना है 39, रिसिप्ट्स कितनी आ रही हैं 22, आ गया ना, फिजिकल डेफिसिट आ गया ना, समझ गए। तो इस डेफिसिट नूं भरन लई गवर्नमेंट की करदी है, बोरिंग करदी है, भावें इंटरनल करे भावें एक्सटर्नल करे, करना पैंदा उन्हें बोरिंग, है ना। ते ये भी गल देख लो, जे गवर्नमेंट कहते फिजिकल डेफिसिट विच है ना तो फायदा है। फायदा है क्यों? फायदा है इसका मतलब गवर्नमेंट वेलफेयर लिए काम कर रही है, गवर्नमेंट जी है वो डेवलपमेंट लिए काम कर रही है, ठीक है। गवर्नमेंट कैपिटल च खर्चा कर रही है, रेवन्यू पर खर्चा कर रही है, रेवन्यू एक्सपेंडिचर कर रही है, समझ के। मगर कोशिश ये होंदी है कि ज्यादा तो ज्यादा आप कैपिटल खर्चा करिए। डन। उस तो इलावा अगे देखो उन्होंने कहा जो वित्तीय घट है फिजिकल डेफिसिट जो इस साल का कितना रहेगा 6.9% रहेगा, ये इन्होंने एस्टिमेट लगाया। बाकी इसका रिजल्ट जो है ना वो सानू पता लगेगा 31 मार्च तो बाद, है ना। बाकी ओके। उस तो इलावा उन्होंने कहा 22-23 साडा वित्तीय घाटा कितना रहेगा, उन्होंने अनुमान लगाया 6.4% ऑफ जीडीपी, जीडीपी का 6.4% रहेगा। ये जिहड़ियां फिगर है ना ये याद कर लो, ये तुहानू पुछिया जाणगियां, ये तुहानू मैं पहले ही कह दूंगा। चलो हुण आपां अपने यूनियन बजट की गल कर लैंदे हां। ते यूनियन बजट विच जे देखिए कि सानू जिहड़ा आपां बजट पेश करते हैं प्रॉपर अमाउंट दिखाने, जिवें मैं एक्सपेंडिचर की गल की 39.45 लाख करोड़ लगेगा, रिसिप्ट्स जिहड़ियां इन्नियां आणगियां, तो सानू खर्चे लई पैसे दी लोड़ पेगी, ठीक है। अगे हुण आपां बजट विच जो भी पॉलिसी डिस्कस करांगे कि ये गवर्नमेंट ने करना है, इत्थे ते इंडस्ट्री लगानी है या इत्थे ये करना है, उहदे लई उहनूं पैसे की लोड़ पेगी। पैसा उसनूं कंसोलीडेटेड फंड ऑफ इंडिया चों कढना पेगा, है ना। उस कंसोलीडेटेड फंड ऑफ इंडिया विचों कढण लई आपां किस आर्टिकल विच उन्हां बारे गल कीती होई है, आर्टिकल 266 यानी कि आर्टिकल 266 विच गल कीती हुई है कि जे आपां ने कंसोलीडेटेड फंड ऑफ इंडिया चो पैसा कढना है तो पार्लियामेंटरी अप्रूवल की लोड़ पैंदी है। यानी कि आपां इत्थों ही पैसा कढ के जो बजट है साडे मतलब एस्टीमेट्स हैं उसके ऊपर खर्चा कर पावांगे। जो भी बजट विच आपां किया उसके ऊपर खर्चा करने लई सानू इस कंसोलीडेटेड फंड ऑफ इंडिया चो पैसा कढना है, मगर पैसा गवर्नमेंट एवें नहीं कढ सकदी, उहदे लई पार्लियामेंटरी अप्रूवल की लोड़ पैंदी है। ये कित्थे आख्या होया है? आर्टिकल 266 विच आख्या होया है। उस तो इलावा जब आप बजट की गल करिए, बजट बारे कुछ भी मैंशन नहीं है, सिर्फ एनुअल फाइनैशियल स्टेटमेंट हमेशा गल आखी हुई है। मैं पिछे पढ़ा के आया आर्टिकल जो 112वां पढ़ाया तुहानूं मैं, ते मोस्टली जे आप फाइनैशियल मैटर्स की गल आखीए तो 112 तो लैके 117 तक सारे फाइनैशियल मैटर्स नूं लैके डिस्कस किया होया। डन ओके। तुसीं ध्यान विच रख सकते हो। तो इस इन्हां विच ही सानूं एक अपना आर्टिकल देखने को मिलता है 114 सबसैक्शन 3 विच, उस विच ये कहा है कि जे आपां गल आखीए जे तुसीं कंसोलीडेटेड फंड ऑफ इंडिया चो पैसा कढना है ना, पैसा कढण लई तुहानूं बिल लैके आना पैना है। एप्रोप्रिएशन बिल तो इलावा तुसीं इवें पैसा नहीं कढ सकदे। हुण मैं तुहानूं की समझाया सी आर्टिकल 266 विच की कहा है, ये कहा है कि पार्लियामेंटरी अप्रूवल लोड़ पेगी जे आपां ने कंसोलीडेटेड फंड ऑफ इंडिया विचों पैसा कढना है, समझ रहे हो। बट पैसा कढण लई एक प्रोसैस हुंदा है, प्रोसीजर हुंदा है। प्रोसीजर की है? उन्होंने आर्टिकल 114 सबसैक्शन 3 विच कहा है कि प्रोसीजर ये है कि तुहानूं एप्रोप्रिएशन बिल लिया के ही तुसीं कंसोलीडेटेड फंड ऑफ इंडिया विचों पैसा कढ सकदे हो, बिल पास होएगा फिर ही जाके पैसा निकल सकेगा। डन ओके। ये जिहड़ा बजट डिवीजन है ये सानूं कित्थे देखने को मिलता है, जिवें बजट दा प्रिपेयर हुंदा ना वो एक डिवीजन बनिया होया प्रॉपर। बजट जिहड़ा डिवीजन है वो डिपार्टमेंट ऑफ इकोनॉमिक अफेयर विच देखने को मिलता है, उहदा हिस्सा है। जिहड़ा डिपार्टमेंट ऑफ इकोनॉमिक अफेयर्स है ये फाइनैंस मिनिस्ट्री का हिस्सा है। जिवें आपां ने गल आखी सी जिहड़े साडे चीफ इकोनॉमिक एडवाइजर ने जिहड़े नवे अपॉइंट होए ने, जिन्हां बारे तुहानूं मैं कहा सी तुसीं याद कर लेना, वो इकोनॉमिक ठीक है डिवीजन के हैड ने, इकोनॉमिक डिवीजन के, है ना। ये डिवीजन कित्थे है? ये हैगा डिपार्टमेंट ऑफ इकोनॉमिक अफेयर्स का। देन ये जिहड़ी डिपार्टमेंट है ये फाइनैंस मिनिस्ट्री के अधीन है। तो इस तरीके नाल घुमा के क्वेश्चन पूछ लेंगे। देन ये जिहड़ी बजट डिवीजन है ये नोडल बॉडी है जो रिस्पोंसिबल है कि आपने बजट प्रिपेयर करना है। देन लगभग 6 महीने पहले बजट प्रिपेयर होना स्टार्ट हो जाऊंगा। देन प्रॉपरली मतलब 6 कह लो या 4-5 महीने पहले। देन चलो इस बार की थीम की है बजट की। बजट विच उन्होंने कहा जो उन्होंने स्पीच दी साडे फाइनैंस मिनिस्ट्री जी ने, उन्होंने कहा कि जे आपां ने इकोनॉमिक ग्रोथ करनी है ना तो मैक्रो इकोनॉमिक लैवल नूं आपां नूं दे नाल नाल माइक्रो इकोनॉमिक नूं नाल लैके चलना पैना। डन यानी कि जे आपां हमेशा कंट्री किहदे उपर फोकस करदी है, मैक्रो इकोनॉमिक उपर फोकस करदी है, मगर उन्होंने कहा मैक्रो इकोनॉमिक के नाल नाल सानूं माइक्रो इकोनॉमिक के उपर भी फोकस करना पैना।
समझ पा रहे हो, है ना। ਤੇ ਇਹਨਾਂ ਉੱਪਰ ਵੀ ਦੋਨਾਂ ਉੱਪਰ ਫੋਕਸ ਕਰਨਾ ਪੈਣਾ, ਬਿਨਾਂ ਫੋਕਸ ਤੁਸੀਂ ਅੱਗੇ ਨਹੀਂ ਚੱਲ ਸਕਦੇ। ਜੇ ਤੁਸੀਂ ਵੈਲਫੇਅਰ ਕਰਨਾ ਚਾਹੁੰਦੇ ਹੋ ਤਾਂ ਮਾਈਕਰੋ ਇਕਨੋਮਿਕ ਲੈਵਲ ਨੂੰ ਵੀ ਤੁਸੀਂ ਨਾਲ ਲੈ ਕੇ ਜਾਓਗੇ। ਇਹ ਇਸ ਵਾਰ ਦੀ ਥੀਮ ਹੈ, ਇੱਕ ਦੂਜੇ ਨੂੰ ਕੰਪਲੀਮੈਂਟ ਕਰਨਗੇ। ਦੈਨ ਸਾਡਾ ਫੋਕਸ ਮਾਈਕਰੋ ਇਕਨੋਮਿਕ ਉੱਪਰ ਵੀ ਹੋਣਾ ਚਾਹੀਦਾ। ਉਸ ਤੋਂ ਇਲਾਵਾ ਹੁਣ ਬਜਟ ਦੀਆਂ ਮੇਨ ਫੀਚਰਸ ਕੀ ਹੈ? ਮੇਨ ਫੀਚਰਸ ਇਹ ਹੈ ਕਿ ਸਾਨੂੰ ਗਰੋਥ ਉੱਪਰ ਫੋਕਸ ਕਰਨਾ ਹੈ। ਬਜਟ ਵਿੱਚ ਸਾਫ਼ ਮਤਲਬ ਇੱਕ ਵਿਜ਼ਨ ਦਿਖਦਾ ਹੈ ਕਿ ਗਰੋਥ ਚਾਹੁੰਦੀ ਹੈ ਸਰਕਾਰ ਕਹਿੰਦੀ ਹੈ ਭਾਈ ਵੈਲਫੇਅਰ ਕਰਾਂਗੇ ਮਗਰ ਗਰੋਥ ਚਾਹੀਦੀ ਹੈ ਸਾਨੂੰ ਤਾਂ। ਦੈਨ ਉਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਕੀ ਨਿਕਲ ਰਹੀ ਹੈ ਕਿ ਅਸੀਂ ਟੈਕਨੋਲੋਜੀ ਨੂੰ ਪ੍ਰਮੋਟ ਕਰਾਂਗੇ। ਆਉਣ ਵਾਲਾ ਟਾਈਮ ਟੈਕਨੋਲੋਜੀ ਦਾ ਚੱਲ ਰਿਹਾ, ਟਾਈਮ ਟੈਕਨੋਲੋਜੀ ਦਾ। ਦੈਨ ਪਾਸ ਜੋ ਲੰਘ ਕੇ ਗਿਆ ਉਸ ਪਾਸ ਜਿਹੜਾ ਉਹ ਸਾਨੂੰ ਭੁੱਲਣਾ ਹੋਏਗਾ। ਪਾਸ ਹੀ, ਆਉਣ ਵਾਲਾ ਟਾਈਮ ਪ੍ਰੋਪਰ ਟੈਕਨੋਲੋਜੀ ਉੱਪਰ ਬੇਸ ਹੈ ਤੇ ਟੈਕਨੋਲੋਜੀ ਦਾ ਯੂਜ਼ ਕਰਕੇ ਹੀ ਆਪਾਂ ਡਿਵੈਲਪਮੈਂਟ ਕਰਾਂਗੇ, ਠੀਕ ਹੈ। એનર્ਜੀ ਟ੍ਰਾਂਜੀਸ਼ਨ ਕਰਾਂਗੇ, ਕਲਾਈਮੇਟ ਐਕਸ਼ਨ ਦੇ ਆਧਾਰ ਤੇ ਆਪਾਂ ਜੋ ਸਾਨੂੰ ਲੋੜ ਪਏਗੀ ਅਸੀਂ ਉਹ ਚੀਜ਼ਾਂ ਸਾਰੀ ਕਰਾਂਗੇ। ਦੈਨ ਓਕੇ, ਤੇ ਸਭ ਤੋਂ ਵੱਡੀ ਗੱਲ ਇਹਨਾਂ ਸਾਰੀ ਚੀਜ਼ਾਂ ਨੂੰ ਕਰਨ ਲਈ ਪੈਸਾ ਕਿੱਥੋਂ ਆਏਗਾ? ਪ੍ਰਾਈਵੇਟ ਇਨਵੈਸਟਮੈਂਟ ਹੋਏਗੀ। ਸਰਕਾਰ ਦੀ ਇਨਵੈਸਟਮੈਂਟ ਤਾਂ ਹੋਏਗੀ ਮਗਰ ਸਾਡੀ ਕੋਸ਼ਿਸ਼ ਇਹ ਹੈ, ਸਾਡੀ ਮਨਸ਼ਾ ਇਹ ਹੈ ਕਿ ਅਸੀਂ ਪ੍ਰਾਈਵੇਟ ਇਨਵੈਸਟਮੈਂਟ ਚਾਹੁੰਦੇ ਹਾਂ। ਸਮਝ ਰਹੇ ਹੋ? ਉਸ ਤੋਂ ਇਲਾਵਾ ਇਹ ਪੈਸਾ ਜਿਹੜਾ ਕਿੱਥੋਂ ਆਏਗਾ? ਪਬਲਿਕ ਕੈਪੀਟਲ ਇਨਵੈਸਟਮੈਂਟ ਹੋਏਗੀ। ਸਭ ਤੋਂ ਵੱਡੀ ਗੱਲ ਕੀ ਹੈ ਕਿ ਕੈਪੀਟਲ ਇਨਵੈਸਟਮੈਂਟ ਹੋਣੀ ਜ਼ਰੂਰੀ ਹੈ। ਲੋਕਾਂ ਦਾ ਹੀ ਪੈਸਾ ਅਸੀਂ ਇਨਵੈਸਟ ਕਰਾਂਗੇ ਤੇ ਅੱਗੇ ਉਸ ਨੂੰ ਗਰੋਥ ਲਈ ਮਤਲਬ ਅੱਗੇ ਲੈ ਕੇ ਜਾਵਾਂਗੇ। ਦੈਨ ਸਮਝ ਰਹੇ ਹੋ? यानी कि ਅਸੀਂ ਡੇਲੀ ਡਿਵੈਲਪਮੈਂਟ ਕਰਨੀ ਹੈ, એનર્ਜੀ ਟ੍ਰਾਂਜੀਸ਼ਨਸ ਦੀ ਕਰਨੀ ਹੈ, ਅਸੀਂ ਆਪਣੇ ਸੋਲਰ એનર્ਜੀ ਬਾਰੇ ਸੋਚਣਾ ਹੈ। ਦੈਨ ਉਸ ਤੋਂ ਇਲਾਵਾ ਰੀਨਿਊਏਬਲ ਸੋਰਸਿਸ ਦੇ ਜਿਹੜੇ ਹੋਰ ਸੋਰਸਿਸ ਹੈ, ਰੀਨਿਊਏਬਲ ਸੋਰਸਿਸ ਜਿਹੜੀਆਂ ਆਪਣੀ ਹੋਰ ਸੋਰਸਿਸ ਦੇਖਣ ਨੂੰ ਮਿਲਦੀਆਂ ਉਹਨਾਂ ਬਾਰੇ ਸੋਚਣਾ ਹੈ। ਕਲਾਈਮੇਟ ਐਕਸ਼ਨ ਬਾਰੇ ਸੋਚਣਾ ਹੈ, ਉਸ ਨਾਲ ਰਿਲੇਟਡ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਤਿਆਰ ਕਰਨਾ ਹੈ ਕਿ ਕਲਾਈਮੇਟ ਐਕਸ਼ਨ ਮਤਲਬ ਬਹੁਤ ਜ਼ਰੂਰੀ ਹੈ। ਜਿਹੜੀ ਆਪਣੀ ਟੈਂਪਰੇਚਰ ਹੈ ਲਗਾਤਾਰ ਇਨਕਰੀਜ਼ ਹੁੰਦਾ ਜਾ ਰਿਹਾ ਤਾਂ ਉਸ ਨੂੰ ਮਤਲਬ ਸਸਟੇਨ ਕਰਨਾ ਬਹੁਤ ਜ਼ਰੂਰੀ ਹੈ। ਯਾਨੀ ਕਿ ਸਾਨੂੰ ਆਰਗੈਨਿਕ ਵੱਲ ਜਾਣਾ ਹੀ ਪੈਣਾ, ਸਾਨੂੰ ਰੀਨਿਊਏਬਲ ਸੋਰਸਿਸ ਵੱਲ ਜਾਣਾ ਹੀ ਪੈਣਾ। ਉਹਦੇ ਲਈ ਸਾਨੂੰ ਇਨਵੈਸਟਮੈਂਟ ਦੀ ਲੋੜ ਹੈ। ਇਨਵੈਸਟਮੈਂਟ ਕਿੱਥੋਂ ਆਏਗੀ? ਪਬਲਿਕ ਤੋਂ। ਡਨ। ਚਲੋ ਹੁਣ 4 ਪਿਲਰ ਤਾਂ ਨੇ ਬਜਟ ਦੇ ਉੱਪਰ। ਬਜਟ ਕਿਸ ਦੇ ਆਧਾਰ ਤੇ ਖੜਾ ਹੈ? 4 ਪਿਲਰਾਂ ਦੇ ਆਧਾਰ ਤੇ ਖੜਾ ਹੈ। ਪਹਿਲਾ ਪਿਲਰ ਹੈਗਾ ਪੀਐਮ ਗਤੀ ਸ਼ਕਤੀ, ਦੂਜਾ ਪਿਲਰ ਹੈਗਾ ਇਨਕਲੂਸਿਵ ਡਿਵੈਲਪਮੈਂਟ, ਤੀਜਾ ਪਿਲਰ ਹੈਗਾ ਜੇ ਮੈਂ ਦੇਖਾਂ ਪ੍ਰੋਡਕਟਿਵਿਟੀ, ਇਨਵੈਸਟਮੈਂਟ, ਸਨਰਾਈਜ਼ ਓਪਰਚੁਨਿਟੀਜ਼, એનર્ਜੀ ਟ੍ਰਾਂਜੀਸ਼ਨ, ਕਲਾਈਮੇਟ ਐਕਸ਼ਨ। ਚੌਥਾ ਪਿਲਰ ਹੈਗਾ ਫਾਈਨੈਂਸਿੰਗ ਆਫ ਇਨਵੈਸਟਮੈਂਟ। ਡਨ। ਇਹਨਾਂ ਪਿਲਰਾਂ ਦੇ ਆਧਾਰ ਤੇ ਆਪਣਾ ਕੀ ਖੜਾ ਹੈ? ਬਜਟ ਖੜਾ। ਬਜਟ 'ਚ ਇਹ 4 ਪ੍ਰਾਇੋਰਟੀਆਂ ਰਹਿਣਗੀਆਂ। ਆਪਾਂ ਇਹਨਾਂ ਦੇ 4 ਪ੍ਰਾਇੋਰਟੀ ਬਾਰੇ ਹੀ ਡਿਸਕਸ ਕਰਨਾ ਹੈ ਕਿਉਂਕਿ ਇਸ ਆਧਾਰ ਤੇ ਸਾਰਾ ਬਜਟ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਹੈ। ਡਨ। ਤੁਸੀਂ ਦੇਖ ਸਕਦੇ ਹੋ, ਮੈਂ ਜੇ ਇਕਨੋਮਿਕ ਰਿਕਵਰੀ ਦੀ ਗੱਲ ਕਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਇਕਨੋਮਿਕ ਰਿਕਵਰ ਹੁੰਦੀ ਆਈ ਹੈ। ਦੈਨ ਇਹ ਵੀ ਸ਼ੇਪ ਦੇਖਣ ਨੂੰ ਮਿਲੇਗਾ, ਹੌਲੀ ਡਬਲਯੂ ਸ਼ੇਪ ਬਣਦਾ ਜਾ ਰਿਹਾ ਮਗਰ ਫਿਲਹਾਲ ਇਹ ਵੀ ਸ਼ੇਪ ਦੇਖਣ ਨੂੰ ਮਿਲਦਾ ਹੈ। ਦੈਨ ਕੁਆਟਰ 1 'ਚ ਬਹੁਤ ਥੱਲੇ ਆ ਗਈ ਸੀ ਇਕਨੋਮੀ, ਫਿਰ ਉੱਪਰ ਗਈ, ਹੁਣ ਫਿਰ ਥੱਲੇ ਆ ਰਹੀ ਹੈ, ਫਿਰ ਉੱਪਰ ਜਾਏਗੀ ਹੁਣ। ਡਨ। ਓਕੇ, ਇਹ ਆਪਾਂ ਨੂੰ ਇਕਨੋਮਿਕ ਰਿਕਵਰੀ ਦੀ ਇੱਕ ਪ੍ਰੋਪਰ ਸਾਨੂੰ ਦੇਖਣ ਨੂੰ ਮਿਲਦਾ। ਤੁਸੀਂ ਇਸ ਮਤਲਬ ਡਾਇਗਰਾਮ ਤੋਂ ਸਮਝ ਸਕਦੇ ਹੋ ਕਿ ਇਕਨੋਮਿਕ ਰਿਕਵਰੀ ਸਾਨੂੰ ਕਿਸ ਤਰ੍ਹਾਂ ਦੇਖਣ ਨੂੰ ਮਿਲਦੀ ਹੈ। ਦੈਨ ਜਦੋਂ ਫਸਟ ਵੇਵ ਆਈ ਸੀ ਤੁਹਾਨੂੰ ਪਤਾ ਲੋਕਡਾਊਨ ਲੱਗਿਆ ਸੀ, ਉਸ ਵਿੱਚ ਜੇ ਤੁਸੀਂ ਦੇਖੋਗੇ ਬਹੁਤ ਥੱਲੇ ਆ ਗਏ ਸੀ, ਹਨਾ 7% ਦਾ ਨੈਗੇਟਿਵ ਘਾਟਾ ਦੇਖਣ ਨੂੰ ਮਿਲਿਆ ਸੀ। ਮਗਰ ਜਦੋਂ ਸੈਕੰਡ ਵੇਵ ਆਈ ਇਸ ਨਾਲ ਕੰਪੈਰੀਜ਼ਨ ਵਿੱਚ ਕਿੱਥੇ ਘਾਟਾ ਦੇਖਣ ਨੂੰ ਮਿਲਿਆ, ਹਨਾ ਕਿਉਂਕਿ ਉਸ ਵੇਲੇ ਅਸੀਂ ਲੋਕਡਾਊਨ ਲਗਾਇਆ ਸੀ, ਉਸ ਵੇਲੇ ਗਵਰਨਮੈਂਟ ਨੇ ਲੋਕਡਾਊਨ ਨਹੀਂ ਲਗਾਇਆ ਸੀ, ਸਟੇਟ ਨੇ ਲਗਾਇਆ ਸੀ ਮਗਰ ਆਪਣੇ ਹਿਸਾਬ ਸੇ। तो उस हिसाब से इकोनॉमिक जी एक्टिविटी है वो कितने ना कितने रुकी नहीं मगर सानू पता लग्या कि हैल्थ क्राइसिस दा बुरा हाल होया। डन। उस तो इलावा हुण आपां वन बाय वन आपां अपने पहले पिलर की गल करांगे। हुण आपां गल करन जा रहे हां पीएम गति शक्ति दी। डन। आपां किस दी गल करांगे? आपां पीएम गति शक्ति दी। डन। चलो ये पीएम गति शक्ति की है ना, जिवें आपां ने तुहानूं याद होएगा 2019 विच एक अपना आया सी इंफ्रास्ट्रक्चर पाइपलाइन, है ना, आपने कहा सी नैशनल इंफ्रास्ट्रक्चर पाइपलाइन बारे गल कीती सी, याद आ रहा है, जिस विच आपने 111 लाख करोड़ रुपया उस लिए रखा सी कि असीं अपना इंफ्रास्ट्रक्चर डेवलप करांगे, रोड कनैक्टिविटी करांगे, अलग अलग तरीके नाल पैसा लगावांगे, एनर्जी उपर पैसा लगावांगे, ये चीज़ां कहीआं सी। वो पैसे की गल तो हुई सी, 111 लाख करोड़ का जिहड़ा प्रोजैक्ट है वो चल रहा, मगर उस प्रोजैक्ट नूं लैके ना सरकार ने सोचिया, सरकार कहती आपां इन्वेस्टमेंट करनी है, इन्वेस्टमेंट विच सानू पता लग रहा है कि जे आपां रोड्स की इन्वेस्टमेंट करनी है, रेलवे की इन्वेस्टमेंट करनी है, एयरपोर्ट बनाने ने, पोर्ट्स बनाने ने, है ना, ट्रांसपोर्ट सिस्टम अच्छा करना है, ये किथे ना किथे एक दूजे नाल लिंक ने। डन। रोड कनैक्टिविटी ते रेलवे अपने आप च लिंक है क्योंकि जे रेलवे तो जिहड़ा समान उतरेगा जाएगा तो रोड की कनैक्टिविटी इहदे नाल जरूरी है। डन। यानी कि उस तो इलावा एयरपोर्ट्स भी जरूरी ने, यानी कि पोर्ट्स भी जरूरी ने, यानी कि मास ट्रांसपोर्ट भी जरूरी है, वाटरवेज भी जरूरी ने, कितने ना कितने एक दूजे नाल लिंक ने। क्यों ना इन्ना सारे जेड़े अपने इंजन्स हैं जेड़े लिंक्ड ने तां इन्हां दी मिनिस्ट्रियां नूं भी लिंक्ड कर दिता जावे, इन्हां दे रिसोर्सिस नूं भी लिंक्ड कर दिता जावे। इसदा मतलब की हो गया कि असीं एक नवा प्रॉपर स्कीम लेके आ रहे हां पीएम गति शक्ति, जिस विच असीं इन्हां 7 इंजन्स नूं आपां चलावांगे। ये कल्ले नहीं चलणगे, इकट्ठे ही चलणगे। डन। इन्हां दी जिहड़ी डेवलपमेंट होएगी इकट्ठी होएगी, यानी कि
ਇੱਕ ਦੂਜੇ ਨਾਲ ਲਿੰਕ ਰਹਿਣਗੇ, ਇਹਨਾਂ ਦੀ ਮਿਨਿਸਟਰੀਆਂ ਇੱਕ ਦੂਜੇ ਨਾਲ ਲਿੰਕ ਰਹਿਣਗੀਆਂ, ਇਹਨਾਂ ਦੇ ਪ੍ਰੋਜੈਕਟ ਇੱਕ ਦੂਜੇ ਨਾਲ ਲਿੰਕ ਰਹਿਣਗੇ। ਡਨ। ਤਾਂ ਕਿ ਜੇ ਕੱਲ ਨੂੰ ਅਸੀਂ ਚੀਜ਼ ਦੇਖਣੀ ਵੀ ਹੋਏ ਕਿ ਆਪਣਾ ਕੰਮ ਕਿੱਥੇ ਤੱਕ ਹੋਇਆ ਤਾਂ ਸਾਨੂੰ ਪਤਾ ਲੱਗ ਸਕੇ ਕਿ ਅੱਛਾ ਰੋਡਸ ਇੰਨੀਆਂ ਬਣ ਗਈਆਂ, ਰੇਲਵੇ ਇੰਨੇ ਤਿਆਰ ਹੋ ਗਈ ਹੈ ਨਾ, 에ਅਰਪੋਰਟਸ ਇੰਨੇ ਬਣ ਰਹੇ ਆ, ਪੋਰਟਸ ਇੰਨੇ ਬਣ ਰਹੇ ਆ। ਇੱਕ ਮਾਸਟਰ ਪਲਾਨ ਦੇ ਆਧਾਰ ਤੇ ਆਪਾਂ ਚੀਜ਼ਾਂ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਪੀਐਮ ਗਤੀ ਸ਼ਕਤੀ ਕੀ ਹੈ? इंफ्रास्ट्रक्चर डेवलप करना है बट इंटरलिंक करके, मिनिस्ट्रियां इंटरलिंक करके। हुण जिवें रेलवे की मिनिस्ट्री अलग है, रोड की मिनिस्ट्री अलग है, देन एयरपोर्ट की मिनिस्ट्री अलग है ना, ते इन्हां तिन्नां मिनिस्ट्रियां नूं आपां इकट्ठा कर दांगे। देन जेहड़े तिन्नां मिनिस्ट्री दे प्रोजेक्ट है उन्हां नूं आपां इंटरलिंक कर दांगे ते मोनीटर करते रहांगे रहेगी मिनिस्ट्रियां कि काम कित्थे तक होया। देन नाल टारगेट लगांदे रहांगे, जे तिन्नां दे टारगेट ਜਿਹੜੇ ਸਸਟੇਨ ਰਹਿਣਗੇ, ਚੱਲਦੇ ਰਹਿਣਗੇ ਤਾਂ ਇਸ ਦਾ ਮਤਲਬ ਸਾਰੇ ਸੈਕਟਰਾਂ ਵਿੱਚ ਕਿਤੇ ਨਾ ਕਿਤੇ ਡਿਵੈਲਪਮੈਂਟ ਹੋ ਰਹੀ ਹੈ। ਡਨ। ਇਹ ਸਮਝ ਗਏ ਨਾ। ਉਸ ਤੋਂ ਇਲਾਵਾ ਅੱਗੇ ਦੇਖੋ ਇੱਕ ਨੈਸ਼ਨਲ ਮਾਸਟਰ ਪਲਾਨ ਲਿਆਂਦਾ ਜਾਏਗਾ, ਜਿਸ ਦਾ ਕੰਮ ਇੱਕ ਪਲਾਨ ਵਿੱਚ ਆਪਾਂ ਕੀ ਕਰਾਂਗੇ, ਅਸੀਂ ਮਾਡਰਨ ਇਨਫਰਾਸਟ੍ਰਕਚਰ, ਵਰਲਡ ਕਲਾਸ ਮਾਡਰਨ ਇਨਫਰਾਸਟ੍ਰਕਚਰ ਦੀ ਗੱਲ ਆਖੀ ਹੈ। ਉਸ ਤੋਂ ਇਲਾਵਾ ਜੇ ਆਪਾਂ ਦੇਖੀਏ ਲੌਜਿਸਟਿਕ ਸਿਨਰਜੀ ਦੀ ਵੀ ਗੱਲ ਆਖੀ ਹੈ। ਤੁਹਾਨੂੰ ਪਤਾ ਹੈ ਟਰਾਂਸਪੋਰਟ ਸੈਕਟਰ ਵਿੱਚ ਬੜੀ ਕੋਸਟ ਪੈਂਦੀ ਹੈ। ਦੈਨ ਇੱਕ ਥਾਂ ਤੋਂ ਦੂਜੇ ਥਾਂ ਦੀ ਜਿਹੜੀ ਮੂਵਮੈਂਟ ਹੁੰਦੀ ਹੈ ਗੁੱਡਸ ਦੀ, ਉਹਦੇ ਕਰਕੇ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ, ਪ੍ਰੋਡਕਟ ਮਹਿੰਗਾ ਹੋ ਜਾਂਦਾ ਹੈ, ਮਹਿੰਗਾਈ ਹੋ ਜਾਂਦੀ ਹੈ, ਤਾਂ ਡਿਮਾਂਡ ਨਹੀਂ ਆਉਂਦੀ ਹੈ। ਤਾਂ ਉਹਨੂੰ ਚੀਜ਼ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਅਸੀਂ ਇੱਕ ਨੈਸ਼ਨਲ ਮਾਸਟਰ ਪਲਾਨ ਹੋਏਗਾ। ਪਲਾਨ ਵਿੱਚ ਆਪਾਂ ਮਾਡਰਨ ਇਨਫਰਾਸਟ੍ਰਕਚਰ ਤਿਆਰ ਕਰਾਂਗੇ, ਲੌਜਿਸਟਿਕ ਮਤਲਬ ਸਿਸਟਮ ਨੂੰ ਪ੍ਰੋਪਰ ਸਹੀ ਤਰੀਕੇ ਨਾਲ ਤਿਆਰ ਕਰਾਂਗੇ, ਉਸ ਮਾਸਟਰ ਪਲਾਨ ਦਾ ਹਿੱਸਾ ਬਣਾਵਾਂਗੇ। ਤਾਂ ਉਸ ਵਿੱਚ ਆਪਾਂ ਕੀ ਕਰਾਂਗੇ, ਲਗਭਗ 22-23 ਵਿੱਚ ਲਗਭਗ 25,000 ਕਿਲੋਮੀਟਰ ਨੈਸ਼ਨਲ ਹਾਈਵੇਸ ਆਪਾਂ ਕੰਪਲੀਟ ਕਰਾਂਗੇ। ਡਨ। ਇਹ ਹਾਈਵੇ ਇਸ ਤਰੀਕੇ ਨਾਲ ਹੋਣਗੇ ਜੋ ਪ੍ਰੋਪਰਲੀ ਮਤਲਬ ਵਰਲਡ ਕਲਾਸ ਜਿਹੜਾ ਇਨਫਰਾਸਟ੍ਰਕਚਰ ਹੁੰਦਾ ਨਾ, ਉਸ ਆਧਾਰ ਤੇ ਸਾਰੇ ਹਾਈਵੇਸ ਬਣਨਗੇ। ਰੋਡ ਟੂ ਰੋਡ ਕਨੈਕਟੀਵਿਟੀ, ਰੀਜਨਲ ਕਨੈਕਟੀਵਿਟੀ ਹੋਏਗੀ। ਉਸ ਤੋਂ ਇਲਾਵਾ ਆਪਣੇ ਲੌਜਿਸਟਿਕ ਇੰਟਰਫੇਸ ਪਲੇਟਫਾਰਮ ਨੂੰ ਹਨਾ ਉਹ ਲੋਕੇਟ ਕਰਾਂਗੇ ਸਹੀ ਤਰੀਕੇ ਨਾਲ, ਉਹਨੂੰ ਅਲਾਉ ਕਰਾਂਗੇ ਡਾਟਾ ਐਕਸਚੇਂਜ ਸਹੀ ਤਰੀਕੇ ਨਾਲ ਹੋ ਸਕੇ, ਪ੍ਰੋਪਰਲੀ ਮੋਡ ਆਪਰੇਟਰਸ ਜਿਹੜੀਆਂ ਸਹੀ ਤਰੀਕੇ ਨਾਲ ਚੱਲ ਸਕਣ। ਉਸ ਤੋਂ ਇਲਾਵਾ ਜੇ ਮੈਂ ਗੱਲ ਆਖਾਂ ਜਿਹੜਾ ਟਰੈਵਲ ਹੈ ਪੈਸੇਂਜਰ ਦਾ ਉਹ ਸੀਮਲੈਸ ਹੋ ਸਕੇ, ਇਹ ਵੀ ਧਿਆਨ 'ਚ ਰੱਖਣਾ। ਦੈਨ ਉਸ ਤੋਂ ਇਲਾਵਾ ਅਨਾਉਂਸਮੈਂਟ ਕੀ ਹੈ, ਅਨਾਉਂਸਮੈਂਟ ਇੱਕ ਪੀਐਮ ਗਤੀ ਸ਼ਕਤੀ ਹੈ। ਉਸ ਤੋਂ ਇਲਾਵਾ ਅਨਾਉਂਸਮੈਂਟ ਕੀ ਹੈ ਕਿ ਅਸੀਂ 4 ਮਲਟੀ ਮੋਡਲ ਲੌਜਿਸਟਿਕ ਪਾਰਕਸ ਬਣਾਵਾਂਗੇ। 4 ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਅਸੀਂ 4 ਮਲਟੀ ਮੋਡਲ ਲੌਜਿਸਟਿਕ ਪਾਰਕਸ ਬਣਾਵਾਂਗੇ। ਇਹ ਲੌਜਿਸਟਿਕ ਪਾਰਕਸ ਕੀ ਹੁੰਦੇ ਨੇ? ਜੇ ਮੈਂ ਦੇਖਾਂ ਕਿ ਆਪਾਂ ਜਿਵੇਂ ਗੁੱਡਸ ਦੀ ਮੂਵਮੈਂਟ ਹੈ, ਠੀਕ ਹੈ, ਉਸ ਵਿੱਚ ਜੋ ਵੀ ਮਤਲਬ ਸਾਨੂੰ ਰਿਸਟ੍ਰਿਕਸ਼ਨਸ ਦੇਖਣ ਨੂੰ ਮਿਲਦੀਆਂ, ਦੈਨ ਜੋ ਵੀ ਸਾਨੂੰ ਮਤਲਬ ਕੁਛ ਨਾ ਕਿਤੇ ਨੁਕਸਾਨ ਦੇਖਣ ਨੂੰ ਮਿਲਦਾ, ਅੜਨ ਪੈਂਦੀ ਹੈ। ਦੈਨ ਯਾਨੀ ਕਿ ਕੋਸਟ ਨੂੰ ਲੈ ਕੇ ਪ੍ਰੋਬਲਮ ਆਉਂਦੀ ਹੈ, ਇੱਕ ਥਾਂ ਤੋਂ ਦੂਜੀ ਥਾਂ ਗੁੱਡਸ ਦੀ ਮੂਵਮੈਂਟ ਨੂੰ ਰੋਲ ਪੈਂਦਾ ਹੈ। ਜਿਵੇਂ ਸਪੋਜ਼ ਕਰੋ ਇੱਕ ਥਾਂ ਤੇ ਇੰਡਸਟਰੀ ਹੈ, ਇੱਥੋਂ ਗੁੱਡਸ ਬਣੇ ਮਗਰ ਰੋਡ ਅੱਛੀ ਨਹੀਂ ਬਣੀ ਹੋਈ, ਡਨ, ਰੋਡ ਅੱਛੀ ਨਹੀਂ ਹੈ ਜਾਂ ਉਸਨੂੰ ਕਿਸੇ ਦੂਜੇ ਡਿਪਾਰਟਮੈਂਟ ਕੋਲ ਇਹ ਜਿਹੜੇ ਗੁੱਡਸ ਜਾਣੇ ਨੇ ਹਨਾ, ਤੇ ਉਸ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ, ਤੇ ਇੱਕ ਐਸਾ ਪਾਰਕ ਬਣਾ ਦਿੱਤਾ ਜਾਏਗਾ ਜਿੱਥੇ ਸਾਰੀ ਫੈਸਿਲਿਟੀਆਂ ਦਿੱਤੀਆਂ ਜਾਣਗੀਆਂ। ਠੀਕ ਹੈ, ਸਾਰੀ ਫੈਸਿਲਿਟੀਆਂ ਦਿੱਤੀਆਂ ਜਾਣਗੀਆਂ, ਜਿਹਦੇ ਨਾਲ ਮਤਲਬ ਜਿਹੜੀ ਕੋਸਟ ਹੈ ਪ੍ਰੋਡਕਟ ਦੀ ਉਹ ਘਟ ਜਾਏਗੀ। ਡਨ। ਤੇ ਇਹ 4 ਲੌਜਿਸਟਿਕ ਪਾਰਕ ਬਣਾਏ ਜਾਣਗੇ। ਉਸ ਤੋਂ ਇਲਾਵਾ ਮਲਟੀ ਮੋਡਲ ਕਨੈਕਟੀਵਿਟੀ ਹੋਏਗੀ ਅਰਬਨ ਟਰਾਂਸਪੋਰਟ ਤੇ ਰੇਲਵੇ ਸਟੇਸ਼ਨ ਵਿੱਚ, ਯਾਨੀ ਕਿ ਜਿਹੜੇ ਰੇਲਵੇ ਸਟੇਸ਼ਨ ਤੇ ਟਰਾਂਸਪੋਰਟ ਸੈਕਟਰ ਹੈ ਉਸ ਨੂੰ ਆਪਾਂ ਕਨੈਕਟ ਕਰਨ ਦੀ ਕੋਸ਼ਿਸ਼ ਕਰਾਂਗੇ। ਡਨ। ਇਸ ਨੂੰ ਧਿਆਨ ਵਿੱਚ ਰੱਖ ਸਕਦੇ ਹੋ। ਉਸ ਤੋਂ ਇਲਾਵਾ ਸਾਡਾ ਇਹ ਸਿਸਟਮ ਵੀ ਹੈ ਕਿ ਅਸੀਂ ਨੈਸ਼ਨਲ ਰੋਪਵੇ ਡਿਵੈਲਪਮੈਂਟ ਪਲਾਨ ਲੈ ਕੇ ਆਵਾਂਗੇ। ਵੱਡੀ ਅਨਾਉਂਸਮੈਂਟ, ਨੈਸ਼ਨਲ ਰੋਪਵੇ ਡਿਵੈਲਪਮੈਂਟ ਪਲਾਨ। ਜਿਵੇਂ ਦੇਖੋ ਕੋਈ ਹਿੱਲ ਏਰੀਆ, ਥੱਲੇ ਨਦੀ ਹੈ, ਇੱਕ ਤਾਰ ਜੀ ਹੁੰਦੀ ਹੈ ਨਾ ਜੋ ਤੁਹਾਨੂੰ ਇਸ ਥਾਂ ਤੋਂ ਦੂਜੀ ਥਾਂ ਪਹੁੰਚਾ ਦਿੰਦੀ ਹੈ ਬਹੁਤ ਘੱਟ ਟਾਈਮ 'ਚ। ਤੁਸੀਂ ਨਦੀ ਵੱਲੋਂ ਥੱਲੋਂ ਜਾਓਗੇ ਜਿਵੇਂ ਮਰਜ਼ੀ, ਪਤਾ ਨਹੀਂ ਕਿਵੇਂ ਜਾਓਗੇ, ਨੁਕਸਾਨ ਹੋ ਸਕਦਾ ਹੈ। ਤਾਂ ਇਸ ਤਰ੍ਹਾਂ ਦੇ ਰੋਪਵੇ ਬਣਾਏ ਜਾਣਗੇ ਹਿੱਲੀ ਏਰੀਆ ਵਿੱਚ। ਮੋਸਟਲੀ ਜਿਹੜੀਆਂ ਕਨਵੈਨਸ਼ਨਲ ਰੋਡਸ ਹੈ ਹਨਾ ਉਸ ਦਾ ਅਲਟਰਨੇਟਿਵ ਹੋਏਗਾ, ਜੋ ਨਾਰਮਲ ਰੋਡਸ ਹੈ ਉਹਦਾ ਅਲਟਰਨੇਟਿਵ ਹੋਏਗਾ। ਉਸ ਤੋਂ ਇਲਾਵਾ ਮੈਂ ਹਿੱਲੀ ਏਰੀਆ ਦੀ ਗੱਲ ਕਰ ਰਿਹਾ, ਨਾਰਮਲ ਵੀ ਐਸੇ ਡਿਵੈਲਪਮੈਂਟ ਪਲਾਨ ਵਿੱਚ ਆਪਾਂ ਤਿਆਰ ਕਰਾਂਗੇ, ਰੋਪਵੇਸ ਤਿਆਰ ਕਰਾਂਗੇ ਜਿਸ ਵਿੱਚ ਰੋਡ ਦੀ ਕਨੈਕਟੀਵਿਟੀ ਨੂੰ ਆਪਾਂ ਕਿਤੇ ਨਾ ਕਿਤੇ ਰਿਪਲੇਸ ਕਰ ਦਾਂਗੇ। ਠੀਕ ਹੈ, ਰੋਡ ਦੀ ਕਨੈਕਟੀਵਿਟੀ ਨੂੰ ਆਪਾਂ ਕਿਤੇ ਨਾ ਕਿਤੇ ਰਿਪਲੇਸ ਕਰ ਦਾਂਗੇ ਇਹਨਾਂ ਨੈਸ਼ਨਲ ਰੋਪਵੇਸ ਵਿੱਚ। ਠੀਕ ਹੈ, ਕਿਉਂਕਿ ਈਜ਼ੀਲੀ ਤੇ ਜਲਦੀ ਪਹੁੰਚ ਸਕਦੇ ਹੋ, ਰੋਡ ਤੋਂ ਕਿਤੇ ਨਾ ਕਿਤੇ ਟ੍ਰੈਫਿਕ ਹੈ ਹਨਾ, ਤਾਂ ਉਹਦਾ ਨੁਕਸਾਨ, ਉਹਦਾ ਟਾਈਮ ਦਾ ਨੁਕਸਾਨ, ਤਾਂ ਇਸ ਕਰਕੇ ਆਪਾਂ ਇਹ ਨੈਸ਼ਨਲ ਰੋਪਵੇ ਡਿਵੈਲਪਮੈਂਟ ਪਲਾਨ ਲੈ ਕੇ ਆਏ ਹਾਂ। ਉਸ ਤੋਂ ਇਲਾਵਾ ਡਨ, कैपेसिटी बिल्डिंग ऊपर ध्यान देना, अपने इंफ्रास्ट्रक्चर प्रोजेक्ट्स के ऊपर कैपेसिटी बिल्डिंग ऊपर ध्यान देना है। उस तो इलावा जे मैं देखा आपने इंटीग्रेट करना है, पोस्टल ते रेलवे नेटवर्क ਨੂੰ इंटीग्रेट करना है। ਉਸ ਤੋਂ ਇਲਾਵਾ ਇੱਕ ਸਟੇਸ਼ਨ ਵਨ ਪ੍ਰੋਡਕਟ, ਵਨ ਸਟੇਸ਼ਨ ਦਾ ਇੱਕ ਪ੍ਰੋਡਕਟ ਜ਼ਰੂਰ ਪ੍ਰਮੋਟ ਹੋਏਗਾ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਡਨ। ਓਕੇ। ਤੇ ਉਸ ਤੋਂ ਇਲਾਵਾ ਅਸੀਂ ਜਿਹੜੀ ਵੰਦੇ ਭਾਰਤ ਟ੍ਰੇਨਸ ਹੈ ਨਾ, ਤਾਂ ਇਸ ਸਾਲ ਉਹ ਕਹਿੰਦੇ ਕਿ ਅਸੀਂ 400 ਨਿਊ ਜਿਹੜੀਆਂ ਵੰਦੇ ਭਾਰਤ ਟ੍ਰੇਨਸ ਲੈ ਕੇ ਆਵਾਂਗੇ। 400 ਨਿਊ ਜਿਹੜੀਆਂ ਵੰਦੇ ਭਾਰਤ ਟ੍ਰੇਨਸ ਨੂੰ ਆਪਾਂ ਜਨਰੇਟ ਕਰਾਂਗੇ। ਡਨ। ਇਸ ਵਿੱਚ ਇਹ ਸਾਫ਼ ਆਖਿਆ ਹੋਇਆ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਹੁਣ ਗੱਲ ਕਰ ਲੈਂਦੇ ਆਪਾਂ ਐਗਰੀਕਲਚਰ ਦੀ ਤੇ ਫੂਡ ਪ੍ਰੋਸੈਸਿੰਗ ਇੰਡਸਟਰੀ ਦੀ। ਠੀਕ ਹੈ, ਐਗਰੀਕਲਚਰ ਦੀ ਤੇ ਫੂਡ ਪ੍ਰੋਸੈਸਿੰਗ ਇੰਡਸਟਰੀ ਦੀ ਸਭ ਤੋਂ ਵੱਡਾ ਨੁਕਸਾਨ ਕੀ ਹੋ ਰਿਹਾ ਐਗਰੀਕਲਚਰ ਵਿੱਚ ਕਿ ਅਸੀਂ ਕੈਮੀਕਲ ਦਾ ਯੂਜ਼ ਕਰ ਰਹੇ ਹਾਂ, ਕੈਮੀਕਲ ਫਰਟੀਲਾਈਜ਼ਰ ਦਾ ਯੂਜ਼ ਕਰ ਰਹੇ ਹਾਂ। ਹੁਣ ਅਸੀਂ ਚਾਹੁੰਦੇ ਹਾਂ ਕਿ ਸਭ ਤੋਂ ਵੱਡੀ ਅਨਾਉਂਸਮੈਂਟ ਕੀ ਹੋਈ ਹੈ ਕਿ ਅਸੀਂ ਕੈਮੀਕਲ ਫ੍ਰੀ ਨੈਚੁਰਲ ਫਾਰਮਿੰਗ ਦਾ ਯੂਜ਼ ਕਰੀਏ, ਸਪੈਸ਼ਲੀ ਕਿੱਥੇ, ਗੰਗਾ ਦੇ ਨੇੜੇ। ਠੀਕ ਹੈ, ਜਿਹੜੀਆਂ ਸਾਨੂੰ ਲੈਂਡਸ ਜਿਹੜੀ ਗੰਗਾ ਦੇ ਨੇੜੇ ਹੈ ਹਨਾ, ਜਿਹੜੀਆਂ ਗੰਗਾ ਦੇ ਨੇੜੇ ਹੈ, ਉੱਥੇ ਅਸੀਂ ਪਲਾਨ ਕਰਨ ਜਾ ਰਹੇ ਹਾਂ ਅਗਲੇ ਸਾਲ ਵਿੱਚ ਕਿ ਅਸੀਂ ਕੈਮੀਕਲ ਫ੍ਰੀ ਨੈਚੁਰਲ ਫਾਰਮਿੰਗ ਸਟਾਰਟ ਕਰੀਏ।
दैन उत्थे ऐसा इंफ्रास्ट्रक्चर बनाइए, उत्थे ऐसे रिसोर्सिस देइए, उत्थे फार्मर्स नूं आपां सपोर्ट करिए कि तुसीं बिना कैमिकल तो यूज़ कीतियां तुसीं नैचुरल फार्मिंग करोगे, असीं तुहानूं इंसैंटिव प्रोवाइड करांगे। दैन उस तो इलावा फार्मर्स नूं आपां प्रॉपरली कहांगे कि जे कल नूं कोई मतलब प्रॉब्लम भी आउंदी तुहाडी इनकम विच, असीं तुहानूं सहायता प्रोवाइड करांगे। वड्डी अनाउंसमेंट है। दूजी अनाउंसमेंट जिवें देखिए असीं कोशिश करांगे कि जिहड़ी हार्वेस्ट वैल्यू एडिशन है ना, पोस्ट हार्वेस्ट वैल्यू जिहड़ी एडिशन है उन्होंने प्रमोट करांगे, कंजम्पशन प्रमोट करांगे ते जिहड़े मिलेट प्रोडक्ट्स हैं उहदी ब्रांडिंग करांगे। किथे ना किथे देखते हैं कि कोई जिहड़ा प्रोडक्ट है ओरिजिनल बन के ही रह जांदा, उहदी ब्रांडिंग नहीं हो पाउंदी। दैन ये असीं कोशिश करांगे। उस तो इलावा आपां डिजिटली डिलीवर करांगे, हाईटैक सर्विसिज का यूज़ करांगे फार्मर्स लई, फार्मर्स नूं टैक्नोलॉजी नाल प्रॉपर जोड़ दांगे ते टैक्नोलॉजी नाल जोड़न लई सरकार खुद पैसा नहीं घट लगाएगी। वो कहंदे सी पीपीपी मॉडल फॉलो करांगे, ठीक है, पब्लिक प्राइवेट पार्टनरशिप फॉलो करांगे। उस तो इलावा होर वड्डी गल असीं एग्रीकल्चर विच किसान ड्रोन्स लैके आण जा रहे हैं कि फार्मर्स नूं बहुत टाइम लगदा सी, है ना, जिहड़े परसिस्टेंट जिहड़े आपां देखे पैस्टिसाइड्स जिहड़ियां मतलब आपां छिड़काव करदे आपां, है ना, उस वे बहुत टाइम लगदा सी, मतलब बहुत चीज़ां जिहड़ियां खेत इन्ना वड्डा है तां असीं ड्रोन का यूज़ कर सकते हैं। बहुत घट टाइम च आपां सारी मतलब आपां प्रोसैस विच अपनी खेती नूं संभाल सकते हैं। दैन तां आपां ड्रोन का यूज़ करांगे। आने वाले टाइम च आपां ड्रोन की पूरी पॉलिसी होएगी, ऑलरेडी स्टार्ट भी हो चुका है किसान ड्रोन का सिस्टम जिहड़ा है। दैन उस तो इलावा जी आपां गल करांगे कि असीं फंड प्रोवाइड करांगे ते एक कैपिटल प्रॉपरली होएगी जो एक तरीके नाल फाइनेंस करेगी एग्रीकल्चर स्टार्टअप्स नूं, ठीक है। जिवें ड्रोन है हुण ये न्यू टैक्नोलॉजी है एग्रीकल्चर बेस ते मैं कह रहा हूं, क्योंकि ऑलरेडी स्टार्ट हो चुकी है, मगर गवर्नमेंट ने स्टार्ट की सी, गवर्नमेंट ने हुणे जाके स्टार्ट करने की कोशिश की है। तो गवर्नमेंट कहती है कि ड्रोन विच तुसीं जिहड़े स्टार्टअप स्टार्ट करना चाहुंदे ने वो अगे आ सकते हैं, असीं उन्हां नूं फंड प्रोवाइड करांगे, प्रॉपर कैपिटली उन्हां नूं सहायता प्रोवाइड करांगे, फाइनेंस प्रोवाइड करांगे। बहुत ही घट इंटरस्ट है, एक अनाउंसमेंट है। उस तो इलावा उन्होंने कहा जिहड़ा केन बेतवा लिंक प्रोजेक्ट है ना, लगभग 9.1 लाख हैक्टर जिहड़ी फार्म लैंड है उस विच प्रॉपरली असीं उत्थे रहिंदे लोकां नूं आपां जिहड़े बाढ़ रोक लैंदे ने उन्होंने ड्रिंकिंग वाटर प्रोवाइड करांगे ते नाल है ना, नाल उत्थे डेवलपमेंट किस तरह होएगी केन बेतवा लिंक ते असीं लगभग 130 मेगावाट की पावर जनरेट करांगे उस लैंड ते। डन, ओके। उस तो इलावा होर भी 5 और प्रोजेक्ट्स ने जो इस विच इंप्लीमेंट होणगे। उस तो इलावा अगे देख सकते हो, देख सकते हो एग्रीकल्चर की सैक्टर की जिहड़ी ग्रोथ है तुसीं देख सकते हो 16-17 विच 6.8 ग्रोथ सी, 17-18 विच 6.6, 18-19 विच 2.6, फिर सस्टेन करती आ रही है। 2.19 विच देखिए 4.3, 20 विच 3.6, उस 21-22 विच 3.9 तुसीं ध्यान विच रख सकते हो। हुण एजुकेशन ते आ जाओ, एजुकेशन दी हुण उन्होंने कहा कि असीं क्वालिटी एजुकेशन नूं यूनिवर्सलाइजेशन करना, सारे तक पहुंचाना क्वालिटी एजुकेशन नूं। ऐसा नहीं है कि अर्बन नूं मिलेगा, रीजनल जिहड़े रूरल सैक्टर है उन्होंने नहीं मिलेगा। एक जिहड़ा डिवाइड देखने को मिल रहा है अर्बन सैक्टर ते रीजनल सैक्टर विच, उन्होंने खत्म करने लई गवर्नमेंट सरकार की करन जा रही है। ऑलरेडी उन्होंने 1 क्लास 1 टीवी चैनल चलाया होया सी, तुहानूं पता है कोविड के दौरान, तुहानूं पता ऑलरेडी सरकारी चैनल आउंदे ने, है ना, जिथे पढ़ाया जाता है प्रॉपरली तुसीं पढ़ सकते हो, टीवी ते ही पढ़ सकते हो। मोबाइल ते पता है कि घर विच मोबाइल नूं लैके प्रॉब्लम हो जाती है तो उस टीवी ते भी तुहाडे सरकारी चैनल ते तुहानूं पढ़ाया जाएगा। तो ऑलरेडी 1 क्लास 1 टीवी प्रोग्राम चल ही रहा है, उसनूं हुण एक्सपैंड करन जा रहा। अनाउंसमेंट की है एजुकेशन विच कि उन्होंने हुण एक्सपैंड करके 200 टीवी चैनल करन जा रहे हैं, तुसीं ध्यान विच रख सकते हो। उस तो इलावा होर किहड़ी गल कही, वर्चुअल लैब्स होणगियां ते स्किलिंग ई लैब्स असीं प्रमोट करांगे, जिहदे नाल तुहाडी क्रिटिकल जिहड़ी थिंकिंग स्किल्स हैं वो प्रमोट होणगियां। इस वाल गवर्नमेंट ध्यान दे रही है कि जिहड़े स्टूडेंट्स हैं उन्हां दी जिहड़ी क्रिटिकल थिंकिंग है, जिवें क्रिटिकल थिंकिंग समझावां मैं कि जिवें सपोज करो बजट पेश होया, ठीक है, बजट पेश होने तो बाद क्या तुसीं अपने अंदर दिमाग क्रिटिकल थिंकिंग विच इह चीज़ लिआउंदी कि जो सरकार ने पुराना बजट पेश किया सी, क्या उन्होंने मैं खोल के जिहड़ा हुण दा बजट पेश आया, जिहड़े पिछले बजट एस्टीमेट लगाए गए सी ते उस वार दे जिहड़ा बजट आया है वो जिहड़े उहदे रिवाइज बजट विच जिहड़े पिछले साल उन्होंने खर्चे दिखाए हैं उस एस्टीमेट ते जिहड़े रियलिटी दे जिहड़े खर्चे हैं उस विच कितना गैप देखने को मिल रहा है, किहड़े-किहड़े प्रोजेक्ट्स हाले तक इंप्लीमेंट नहीं हुए हैं, है ना। इनू कहते क्रिटिकल थिंकिंग, एनालाइज करना कि किन्ने वो पानी च है ना, सरकार किन्ने पानी च है। मैं एक एग्जांपल ला रहा है, इसनूं तुसीं किस मर्जी चीज़ नाल जोड़ सकते हो, किसी भी मतलब टॉपिक ऊपर तुसीं क्रिटिकल थिंकिंग रख सकते हो। देन एक लर्निंग एनवायरनमेंट बनाना। देन उस तो इलावा सब तो बड़ी अनाउंसमेंट डिजिटल यूनिवर्सिटी लेके आ रहे हैं, आप की लेके आ रहे हैं डिजिटल यूनिवर्सिटी। ऑलरेडी दिल्ली की सरकार ने ये टॉपिक पहले छेड़ लेता सी कि अपनी एक डिजिटल यूनिवर्सिटी होनी चाहिए है, तो कितने ना कितने सरकार नूं भी लग्या कि साडे कोल, मैं एक सिर्फ एग्जांपल दे रहा, तुसीं किथे देखिया होना दिल्ली की सरकार ने ऑलरेडी डिजिटल यूनिवर्सिटी स्टार्ट करने की गल कह दी है उन्होंने। डन, तां ये यूनिवर्सिटी ऐसी होएगी जो वर्ल्ड क्लास क्वालिटी एजुकेशन प्रोवाइड करेगी। उस तो इलावा हाई क्वालिटी ई कंटेंट तुहानूं प्रोवाइड किया जाएगा गवर्नमेंट वालों, वो भी डिजिटल टीचर्स प्रोवाइड करनगे। डन, तां आपां एजुकेशन च की देखने कि असीं क्वालिटी एजुकेशन उपर ध्यान दे रहे हैं।
ਆਪਾਂ ਚੈਨਲਸ ਨੂੰ ਪ੍ਰਮੋਟ ਕਰ ਰਹੇ ਹਾਂ, ਆਪਾਂ ਵਰਚੁਅਲ ਲੈਬਸ ਕ੍ਰਿਟੀਕਲ ਥਿੰਕਿੰਗ ਨੂੰ ਪ੍ਰਮੋਟ ਕਰ ਰਹੇ ਹਾਂ ਕਿ ਇਹਨਾਂ ਵਰਚੁਅਲ ਲੈਬਸ ਦੁਆਰਾ ਸਕਿਲਿੰਗ ਈ ਲੈਬਸ ਦੁਆਰਾ ਆਪਾਂ ਕ੍ਰਿਟੀਕਲ ਥਿੰਕਿੰਗ ਨੂੰ ਪ੍ਰਮੋਟ ਕਰਾਂਗੇ, ਲਰਨਿੰਗ এনवायरमेंट ਬਣਾਵਾਂਗੇ, डिजिटल यूनिवर्सिटी लैके आ रहे हैं वर्ल्ड क्लास हाई क्वालिटी एजुकेशन की गल कर रहे हैं कि टीचर्स प्रोवाइड करेंगे, तुसीं देख पा रहे हो। उस तो इलावा स्किल डेवलपमेंट की गल आयो कि स्किल विच गवर्नमेंट ने हुण की करन जा रही है। गवर्नमेंट की अनाउंसमेंट है, ध्यान नाल पढ़ियो, गवर्नमेंट एक देश टैग ई पोर्टल लॉन्च करन जा रही है, देश टैग एक ई पोर्टल लॉन्च करन जा रही है, डन, जिस नाल आपां अपनी ऑनलाइन ट्रेनिंग कर सकते हैं, यानी कि एक डिजिटल इकोसिस्टम जिहदी फुल फॉर्म कहां डिजिटल इकोसिस्टम फॉर स्किलिंग एंड लिवलीहुड कि तुसीं स्किल्ड हो ते अपनी मतलब जिहड़ा अपना तुहाडा सिस्टम है तुसीं जॉब करो ते अपनी जिंदगी जियो, है ना, जिवें कहंदे लिवलीहुड तुहाडा रहन सहन अच्छा हो जाए, डन। ते ऐसा एक सिस्टम बनाई है जिस विच तुहानूं स्किल हो सको ते तुसीं मतलब जॉब पा सको, अपने मतलब एंटरप्रेन्योर बन सको, अपनी जिंदगी नूं होर अच्छा कर सको। इस दे लई की करन जा रही है गवर्नमेंट, ये ऐसा पोर्टल होएगा देश टैग ई पोर्टल जो तुहानूं ऑनलाइन ट्रेनिंग प्रोवाइड करेगा। अनाउंसमेंट है सब तो वड्डी, डन। उस तो इलावा स्टार्टअप नूं प्रमोट करन लई स्टार्टअप ਨੂੰ ਪ੍ਰਮੋਟ ਕਰਨ ਲਈ ਇੱਕ ਡਰੋਨ ਸ਼ਕਤੀ ਜੇ ਮੈਂ ਦੇਖਾਂ ਫॉर ਡਰੋਨ ਜੇ ਆਪਾਂ ਸਰਵਿਸਿਜ਼ ਸਟਾਰਟ ਕਰਨ ਜਾ ਰਹੀ ਹੈ, स्टार्टअप विल बी प्रमोटेड टू फैसिलिटेट दी ड्रोन शक्ति फॉर ड्रोन SAS सर्विसेज, यानी कि मतलब मैं दस चुका कि जो आपने किसान ड्रोन सर्विस देखी सी, इसी तरीके नाल हुण ड्रोन टेक्नोलॉजी नूं अगे लेना चाहुंदी सरकार, तो उसदे लई स्टार्टअप स्टार्ट करेगी, स्टार्टअप विच पॉलिसी लेके आएगी कि जिहड़े ड्रोन मैन्युफैक्चरिंग आना चाहते हैं या ड्रोन की प्रोडक्शन में आना चाहते हैं वो अपना बिजनेस अगे लेके आ सकते हैं, असं उन्होंने मतलब हैल्प करांगे, डन। उस तो इलावा अगे देखो ये होगी अपनी स्किल दी अनाउंसमेंट्स। उस तो बाद हैल्थ विच की कह रही है, हैल्थ विच सब तो वड्डी गल कहंदे साडा एक नैशनल डिजिटल हैल्थ इकोसिस्टम असीं लेके आउण जा रहे हैं, ध्यान च रख सकते हो। उस तो इलावा असीं हुण कोशिश करांगे कि असीं नैशनल टैली मैंटल हैल्थ प्रोग्राम लेके आवांगे, जिस विच आपां क्वालिटी काउंसलिंग होएगी, जिवें टैलीफोन द्वारा ही तुहाडी डॉक्टर नाल तुसीं कॉन्टैक्ट कर सकते हो, डन, ते तुसीं अपनी बीमारी बारे पूरी काउंसलिंग कर सकते हो, समझ सकते हो कि डॉक्टर क्या डॉक्टर ना तुसीं प्रॉपर समझा सकते हो कि मेरी किहड़ी बीमारी है, फिर वो तुहानूं एडवाइस करेगा किहड़ी दवाइयां तुसीं किस तरह करना है, कि तुहानूं मतलब फिजिकली जाण दी लोड़ नहीं है, तो उहदे लई नैशनल टैली मैंटल हैल्थ प्रोग्राम लिआउंदा गया। इस विच ऐसा नहीं है कि सिर्फ छोटी छोटी बीमारियां मैंटल रिलेटेड जिहड़ी बीमारियां हैल्थ रिलेटेड होर जिहड़ी बीमारियां वो सारी बीमारियां इस विच इंक्लूडेड होणगियां। उस तो इलावा उन्होंने कहा जिहड़ा मिशन शक्ति सी साडा मिशन वत्सल्या सी जिहड़ा सक्षम जिहड़ा आंगनवाड़ी सी ते पोषण 2.0 सी, इनू आपां इंटीग्रेट करन जा रहे हैं, समझ गए। कहंदे पहले अलग-अलग इन्हां दे मतलब टारगेट हुंदे सी, मगर असीं हुण सारे मिशनस नू आपां इंटरलिंक करन जा रहे हैं, डन। इंटीग्रेटेड आर्कीटेक्टर होएगा जो ये सारे स्कीम्स नू चलाएगा, सारे मिशनस नू चलाएगा, ते इन्हां दे जो असीं एम है साडे उन्हां नू टाइमली असीं इंप्लीमेंट करांगे। उस तो इलावा असीं कोशिश करांगे जे साडे 2 लाख आंगनवाड़ीज ने उन्होंने आप सक्षम आंगनवाड़ीज बनावांगे, उन्होंने अपग्रेड करांगे, अज के टाइम पे जो लोड है जो डिमांड आंगनवाड़ीज नूं वो देण चाहांगे, डन। एक अनाउंसमेंट है, डन। उस तो इलावा ओवरऑल इंक्लूसिव वेलफेयर फोकस ऊपर जे आपां देखिए ओवरऑल जिहड़ी वेलफेयर करन जा रही है, ये तो मतलब सैक्टर वाइज दसदी है ना। हुण मैं जे गल करा ओवरऑल वेलफेयर चो की करन जा रही है, हर घर नल से जल, हर घर नल से जल स्टार्ट किया होया ते लगभग उन्होंने कहा 22-23 विच असीं 3.8 करोड़ जिहड़े हाउस होल्ड है उन्होंने कवर करांगे। क्या मतलब हो गया हर घर नल से जल, यानी कि टैप वाटर की गल हो रही है। तुहानूं लग रहा होगा टैप वाटर साडे कोल आ जांदा है, मगर कई ऐसे एरिया हैं स्पैशली रूरल एरिया जिथे टैप वाटर नहीं है। उस तो इलावा पीएम आवास योजना जिहड़ी घर देण दी गल आखी है तो 2022-23 विच असीं 80 लाख हाउसिस जिहड़े हैं वो कंप्लीट कर दांगे इस योजना के आधार पर। उस तो इलावा पीएम डिवाइन यानी कि इस विच की करन जा रहे हैं आपां, जे आपां नॉर्थ ईस्ट स्टेट्स लिए ये स्कीम लिआउंदी गई है कि उत्थे इंफ्रास्ट्रक्चर डेवलप करना, उन्होंने फंडिंग देवांगे, सोशल डेवलपमेंट करांगे, डन, जो भी नीड्स है नॉर्थ ईस्ट स्टेट्स दियां उन्हां दे लोकां दियां। उस तो इलावा एस्पायरेशनल ब्लॉक प्रोग्राम, डन, एस्पायरेशनल ब्लॉक प्रोग्राम कि असीं प्रॉपर जिहड़ी डेवलपमेंट करना चाहांगे, उत्थे एक प्रॉपर ब्लॉक बनणगे एस्पायरेशन डिस्ट्रिक्ट से। एस्पायरेशन डिस्ट्रिक्ट मतलब जो लैकनेस है उन्हां दी मतलब लैकनेस है, और डिस्ट्रिक्ट ऐसे ने जो मतलब जे मैं गल आखां मतलब सही तरीके नाल बने नहीं हुए, अर्बन के कंपैरिजन बहुत घट है, समझ रहे हो कि मतलब प्रिपेयर नहीं है, हर एक चीज चैलेंज इसलिए प्रिपेयर नहीं है, डन। उस तो इलावा वाइब्रेंट विलेजेस प्रोग्राम लेके आवांगे जिस विच आपां विलेजेस नूं टारगेट करांगे, उन्हां दी डेवलपमेंट करनी है जिहड़ी नॉर्थन बॉर्डर ते देखने मिलदी है, स्पैशली जिहड़ी बॉर्डर एरिया च जिहड़ी डेवलपमेंट है ना, वो जिहड़े बॉर्डर एरिया ते जिहड़े विलेजेस हैं उन्हां नूं डेवलप करांगे, के अनाउंसमेंट है। उस तो इलावा असीं पोस्ट ऑफिस नूं प्रॉपरली डिजिटल बैंकिंग नाल जोड़ दांगे। 100% जिहड़े साडे पोस्ट ऑफिस है आने वाले 22-23 साल विच 22-23 कह गया माफ करना फाइनैंशियल ईयर 22-23 कहण दा मतलब ये सी, उस विच असीं पोस्ट ऑफिस नूं बिल्कुल ही कोर बैंकिंग सिस्टम नाल जोड़ दांगे, इस विच ध्यान विच रख सकदे हो। उस तो इलावा डिजिटल पेमेंट्स जिहड़ियां
उन्होंने कह दिता गया कि उस विच दे देखिए कमर्शियल बैंकिंग साफ कह दिता गया कि तुसीं 75 डिजिटल बैंकिंग यूनिट्स लगाओ 75 डिस्ट्रिक्ट विच। एक अनाउंसमेंट है, ये कुछ अनाउंसमेंट्स हैं जो तुहानूं याद रखनी है। उस तो इलावा जे मैं MSME सैक्टर लई कहां तो उहदे लई भी काफ़ी काम चल रहे ने। जे मैं गल आखां उन्होंने जिहड़ी अपनी स्कीम है, इस स्कीम का नाम दस सकदे हो मैनूं की है स्कीम का नाम? ये ऑलरेडी अपनी जे देखिए इस विच गारंटी की स्कीम है, लोन की गारंटी की स्कीम, उसनूं एक्सटेंड कर दिता गया डन। उस तो इलावा उन्होंने कहा है कि असीं आपां तुहाडे मतलब जिहड़ा प्रोग्राम है रैम प्रोग्राम है उन्होंने होर मतलब एसलेट करने की कोशिश करांगे डन। उस तो इलावा असीं जिहड़े तुहाडे पोर्टल्स है MSME दे उन्होंने आपां इंटरलिंक करने की कोशिश करांगे। अलग अलग पोर्टल्स है ना MSME दे, जिवें चैंपियन पोर्टल है, अलग अलग पोर्टल है, उन्होंने इंटरलिंक करांगे ताकि डेवलपमेंट हो सके। हरेक दा रस्ता अलग अलग सी डन, उन्होंने हुण इंटरलिंक करने की कोशिश करांगे डन। ओके, सो इस ध्यान च रखना है। उस तो इलावा हुण प्रोडक्टिविटी इन्वेस्टमेंट ते इन्वेस्टमेंट वाल गल आ जाए, ठीक है, ये अपना थर्ड पिलर आ गया। इस गल आखी है कि अपने जिहड़े ईज ऑफ डूइंग बिजनेस है उहदा 2.0 वर्जन निकाल के सामने लियावांगे। तुहानूं पता है कि जिहड़ी ईज ऑफ डूइंग बिजनेस की जिहड़ी रिपोर्ट आउंदी है उस विच लगातार भारत की जिहड़ी स्कोर है रैंक है वो इंप्रूव होंदी जा रही है। तो हुण वो चाहुंदी है कि अपना जिहड़ा बिजनेस है बिजनेस करना होर आसान हो जाए, उहदे लई 2.0 वर्जन लैके आई है। वो कहंदा प्रॉपरली गवर्नेंस ट्रस्ट बेस होना चाहिए, विश्वास होना चाहिए प्रॉपर डन। तो उहदे लई असीं की करांगे, असीं सेंट्रल ते स्टेट लैवल के सारे सिस्टम नूं आपां IT नाल जोड़ दांगे। ध्यान च रख लेना, IT नाल जोड़ दांगे डन, सो ध्यान विच रखना। उस तो इलावा प्रवेश जिहड़ा पोर्टल है उहदे स्कोप नूं आपां होर एक्सपैंड कर दांगे डन। ओके, प्रवेश पोर्टल नूं आपां होर एक्सपैंड कर दांगे, यानी कि ऐसे जिहड़े मतलब ऑलरेडी साडे काम चल रहे हैं ईज ऑफ डूइंग बिजनेस लई उसनूं थोड़ा होर अपग्रेड करांगे डन। उस तो इलावा साडा तुहानूं मैं दस चुका सी कि हरेक परसन नूं एक यूनीक लैंड परसन आइडेंटिफिकेशन नंबर मिलेगा, उसनूं हुण प्रॉपरली होर उन्होंने इंप्लीमेंट करने की गल आखांगे अगले साल जिहड़ा आ रहा है 22-23 का। उस विच इस प्रोग्राम नूं आपां प्रॉपरली तरीके नाल इंप्लीमेंट करांगे। इसका मतलब की हो गया कि हरेक परसन कोल अपना यूनीक लैंड पार्सल आइडेंटिफिकेशन नंबर होएगा। प्रॉपरली IT बेस मैनेजमेंट के आधार पर सारे लैंड रिकॉर्ड तुहाडे रखे जाएंगे, यानी कि तुहाडी सारी लैंड की जानकारी मतलब ऑनलाइन प्रवेश चली जाएगी, यानी कि रिकॉर्ड हो जाएगी। उस तो इलावा बिलिंग सिस्टम ऑनलाइन हो जाएगा प्रॉपर डन। उस तो इलावा जिहड़े सिक्योरिटी बॉन्ड्स है उन्होंने यूटिलाइज सही तरीके नाल तुसीं कर पाओगे डन। उस तो इलावा जे मैं देखा 5G टैक्नोलॉजी नूं ध्यान च रख लो, 5G टैक्नोलॉजी नूं आपां प्रमोट करना है, उहदे लई आपां PLI स्कीम विच इस नूं भी इंटीग्रेट कर दिता गया है। यानी कि 5G टैक्नोलॉजी पहले चाइना अपनी लैके आउंदा सी है ना, भारत कित्थों ना कित्थों बाहरों सारी चीज़ां लैंदा सी। हुण उन्होंने कहा कि असीं खुद ही अपनी 5G टैक्नोलॉजी बनावांगे। मिनिस्ट्री जिहड़ी इलैक्ट्रॉनिक्स मिनिस्ट्री है तो उसनूं असीं प्रमोट करना है। एक टास्क फोर्स बनाई गई है जो सपोर्ट करेगी, जो 5G ਲਈ सपोर्ट करेगी कि PLI स्कीम के अधीन प्रोडक्शन लिंक्ड इंसेंटिव स्कीम के अधीन जिहड़ी 5G टैक्नोलॉजी विच जो भी रिक्वायरमेंट है, सोर्सिस की रिक्वायरमेंट है, उस लिए गवर्नमेंट सबसिडी प्रोवाइड करेगी, इंसेंटिव प्रोवाइड करेगी डन, लोन विच इंटरस्ट घटाने की कोशिश करेगी डन। ओके, उस तो इलावा जिहड़ा साडा डिफेंस है डिफेंस नूं खोलण जा रही है। डिफेंस विच कहंदी है कि रिसर्चिंग लई मतलब तुहाडा खुला स्वागत है डन। स्टार्टअप जिहड़े हैं जे वो रिसर्च विच आना चाहुंदे उन्हां दा खुला स्वागत है डन। अकैडमिक सैक्शन में जिहड़े आना चाहुंदे ने उन्हां दा खुला स्वागत है। रिसर्च लई डन, इंडस्ट्री जे देखिए प्रॉपरली है ना, डिफेंस इंडस्ट्री डिफेंस स्टार्टअप लई प्रॉपर उन्हां दे दरवाजे खोलते हैं। पहले डिफेंस सैक्टर ऐसा होंदा सी कि बहुत घट गवर्नमेंट आउण दिंदी सी, मगर हुण कोई भी प्राइवेट इंडस्ट्री आना चाहती है डिफेंस सैक्टर विच आवे, रिसर्च लई आवे है ना, डेवलपमेंट लई आवे। उस तो इलावा स्टार्टअप कोई रखना चाहता डिफेंस कोई इक्विपमेंट्स बनाना चाहता है ना, जिहड़े अपने जे गल आखां माइक्रो इक्विपमेंट्स बनाना चाहता वो बना सकता है। तुसीं गल ध्यान च रख सकते हो डन। उस तो इलावा साडी जिंदगी किवें आसान होवे उसके बारे उन्होंने अनाउंसमेंट की है कि आपां चिप इंबेडिड करांगे डन। ये जिहड़ा अपने इलैक्ट्रॉनिक्स विच लोड़ पैंदी है ना चिप्स की, जिसके आधार पर जिवें मैं गल आखां इंटरनेट कनैक्टिविटी लई भी सानूं चिप की लोड़ पैंदी है मोबाइल फोन विच, ते ऐसे चिप जो असीं खुद डिवेलप करांगे डन, साडे खुद दे भारत दे होणगे, जिहदे नाल सानू बाहर दे लोकां दे डिपेंडेंट रहने की लोड़ नहीं है। साडा जिहड़ा इंपोर्ट जिहड़ा बिल है वो घटेगा डन। उस तो इलावा पासपोर्ट्स हुण पासपोर्ट होया करनगे, फिजिकल पासपोर्ट नहीं होया करनगे, पासपोर्ट्स होया करनगे। तुसीं ध्यान विच रख सकदे हो डन। यानी कि तुहाडा एक नंबर होएगा प्रॉपर पासपोर्ट का जिस विच तुहाडी सारी जानकारी होएगी। उस तो इलावा जे मैं देखा असीं जिहड़े बिल्डिंग के लॉस है उन्होंने मॉडर्नाइजेशन करांगे डन, जिहड़े टाउन प्लैनिंग स्कीम्स है उन्होंने इंप्लीमेंट करांगे डन। उस तो इलावा ट्रांजिट ओरिएंटेड डेवलपमेंट करांगे। उस तो इलावा जे मैं देखा अर्बन प्लैनिंग विच आपां प्रॉपर एक्सीलेंस लैके आउण दी लोड़ है। एक सेंटर ऐसे एस्टैबलिश करांगे जो अर्बन प्लैनिंग नूं रोक एक्सीलेंस लिया सके, यानी कि जिवें तुसीं शहर देखदे हो ना, मतलब कि तुसीं देख रहे हो कित्थों भी कोई भी गली निकल रही है, हरेक शहर तो चंडीगढ़ वर्गा तो है नहीं, तो चंडीगढ़ वर्गे शहर बनन उहदे लई सेंटर एस्टैबलिश किए जा रहे हैं।
एक्सीलेंस ਦੇ ਸੈਂਟਰ ਸਟੈਬਲਿਸ਼ ਕੀਤੇ ਜਾ ਰਹੇ ਨੇ ਤਾਂ ਕਿ ਅਸੀਂ ਅਰਬਨ ਪਲੈਨਿੰਗ ਕਰ ਸਕੀਏ, ਸਹੀ ਤਰੀਕੇ ਨਾਲ ਸੋਚ ਸਕੀਏ ਕਿ ਕਿਸ ਤਰ੍ਹਾਂ ਦੇ ਏਰੀਆ ਅਸੀਂ ਡਿਵੈਲਪ ਕਰਨੇ ਨੇ, ਜਿਵੇਂ ਮੁਹਾਲੀ ਦਾ ਏਰੀਆ ਹੋ ਗਿਆ ਹੈ ਨਾ। ਚਲੋ ਉਸ ਤਰ੍ਹਾਂ ਦੇ ਤਰੀਕੇ ਆਪਾਂ ਅਪਣਾਵਾਂਗੇ। ਡਨ। बैटरी स्वैपिंग पॉलिसी लेके आवांगे। डन। ये एक अल्टरनेटिव होएगा। डन। कि जिवें आपां चार्जिंग स्टेशन सैटअप कर रहे हैं, ਉਹਦਾ एक अल्टरनेटिव होएगा जो ध्यान ਵਿੱਚ ਰੱਖ ਸਕਦੇ ਹੋ। डन। ਉਸ ਤੋਂ ਇਲਾਵਾ फाइनेंसिंग ऑफ इन्वेस्टमेंट चौथा पिलर, ठीक है। फाइनेंसिंग ऑफ इन्वेस्टमेंट की गल कही है तो पब्लिक इन्वेस्टमेंट उपर वो बिल्कुल ध्यान देना चाहती है, वो चाहती है, सरकार चाहती है कि पब्लिक इन्वेस्टमेंट होवे, वो लगातार होवे। डन। ओके। पब्लिक इन्वेस्टमेंट कंटिन्यू होनी चाहिए है। डन। तो यही साडी डिमांड ਨੂੰ 2022-23 ਅੱਗੇ ਲੈ ਕੇ ਜਾਏਗੀ। डन। ਤਾਂ ਪਬਲਿਕ ਇਨਵੈਸਟਮੈਂਟ ਉਸ ਤੋਂ ਇਲਾਵਾ ਜੇ ਮੈਂ ਗੱਲ ਆਖਾਂ ਹੋਰ ਕੀ ਅਨਾਉਂਸਮੈਂਟ ਹੈ, ਖੁਦ ਭਾਰਤ, ठीक है, भारत की गवर्नमेंट, सेंट्रल गवर्नमेंट डिजिटल रुपया लेके आने जा रही है। आरबीआई ਜਿਹੜੀ ਹੁਣ डिजिटल रुपया लेके आएगी। ਜਿਵੇਂ ਨੋਟਸ ਦੇਖਣ ਨੂੰ ਮਿਲਦੇ ਆ ਨਾ, ਤੇ ਨੋਟਸ ਆਪਾਂ ਖਰਚਾ ਬੜਾ ਹੁੰਦਾ ਸੀ, ਹੁਣ ਕੀ ਕਰੇਗੀ, ਕੁਝ ਪਰਸੈਂਟ ਜਿਹੜਾ ਪੈਸਾ ਹੋਏਗਾ ਉਹ ਡਿਜੀਟਲੀ ਪ੍ਰੋਵਾਈਡ ਕੀਤਾ ਜਾਏਗਾ, ਕਿ ਡਿਜੀਟਲੀ ਹੁਣ ਰੁਪਈਆ ਲੈ ਕੇ ਆਇਆ ਜਾਏਗਾ। ਜਿਵੇਂ ਕਰੰਸੀ ਦੇਖਣ ਨੂੰ ਮਿਲਦੀ ਹੈ, ਕ੍ਰਿਪਟੋ ਕਰੰਸੀ ਜਿਹੜੀ ਆਉਂਦੀ ਹੈ, ਆਪਣੀ ਬਿਟਕੋਇਨ ਆਉਂਦੀ ਹੈ, ਇਸ ਤਰੀਕੇ ਦਾ ਆਪਣਾ ਭਾਰਤ ਖੁਦ ਸਟਾਰਟ ਕਰਨ ਜਾ ਰਿਹਾ। ਡਨ। ਉਸ ਤੋਂ ਵੱਡੀ ਅਨਾਉਂਸਮੈਂਟ, ਕ੍ਰਿਪਟੋ ਕਰੰਸੀ ਵੀ ਹੁਣ ਲੀਗਲ ਹੋਣ ਜਾ ਰਹੀ ਹੈ। ਡਨ। ਮਗਰ ਇਹ ਧਿਆਨ 'ਚ ਰੱਖਣਾ ਉਹਦੇ ਲਈ ਵੀ ਮਤਲਬ ਕੁਝ रूल्स रेगुलेशंस बनाए गए ने। डन। ओके। जो 30% ਉਹਦੇ ਉੱਪਰ टैक्स लगेगा। डन। ਜਿਹੜਾ ਕ੍ਰਿਪਟੋ ਕਰੰਸੀ ਤੋਂ ਕੋਈ ਪ੍ਰੋਫਿਟ ਆਏਗਾ ਉਹਦੇ ਉੱਪਰ 30% ਜਿਹੜਾ ਹੋਏਗਾ टैक्स लगेगा, ਤੁਸੀਂ ਧਿਆਨ ਵਿੱਚ ਰੱਖ ਲੈਣਾ। ਉਸ ਤੋਂ ਬਾਅਦ ਜੇ ਮੈਂ ਅੱਗੇ ਤੇ ਗੱਲ ਕਰਾਂ ਤੇ ਇੱਕ ਤਰੀਕੇ ਦੀ ਹੁਣ ਇਹਨਾਂ ਨੇ ਕੀ ਕਿਹਾ ਕਿ ਪ੍ਰੋਪਰਲੀ ਸਟੇਟਸ ਨੂੰ ਅਸੀਂ ਹੁਣ ਪੈਸਾ ਦੇਣਾ ਹੈ, ਸਟੇਟਸ ਨੂੰ ਅਸੀਂ ਹੁਣ ਪ੍ਰੋਪਰਲੀ ਪੈਸਾ ਦੇਣਾ ਹੈ। ਸਮਝ ਰਹੇ ਹੋ ਕਿ ਸਟੇਟਸ ਨੂੰ ਹੁਣ ਵਾਂਝਾ ਨਹੀਂ ਰੱਖਣਾ, ਸਟੇਟਸ ਨੂੰ ਆਪਾਂ ਹੁਣ ਵਾਂਝਾ ਨਹੀਂ ਰੱਖਣਾ, ਸਟੇਟਸ ਨੂੰ ਪ੍ਰੋਪਰ ਆਪਾਂ ਪੈਸਾ ਦੇਵਾਂਗੇ। ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਕਿ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਗੱਲ ਆਖੀਏ ਕਿ ਸਟੇਟਸ ਕੋਲ ਡਿਵੈਲਪਮੈਂਟ ਲਈ ਪੈਸਾ ਨਹੀਂ ਹੈ ਤੇ ਸੈਂਟਰ ਉਹ ਪਾਲਿਸੀ ਬਣਾਈ ਜਾਵੇ, ਸੈਂਟਰ ਸੋਚੇ ਸਾਡਾ ਭਾਰਤ ਮਹਾਨ ਹੋ ਜਾਵੇ, ਸਟੇਟ ਕੋਲ ਪੈਸਾ ਨਹੀਂ ਹੈ। ਤਾਂ ਇਹ ਪਿਛਲੇ 2 ਸਾਲਾਂ 'ਚ ਦੇਖਣ ਨੂੰ ਮਿਲਿਆ ਮੋਦੀ ਗਵਰਨਮੈਂਟ ਨੂੰ, ਤਾਂ ਉਹਨੂੰ ਲੱਗਿਆ ਸਾਨੂੰ ਹੁਣ ਸਟੇਟ ਨੂੰ ਆਪਾਂ ਆਪਣੇ ਰੈਵਨਿਊ ਵਿੱਚੋਂ ਪੈਸਾ ਦੇਵਾਂਗੇ। ਇਹ ਵੱਡੀ ਅਨਾਉਂਸਮੈਂਟ ਨਿਕਲ ਕੇ ਸਾਹਮਣੇ ਆਈ ਹੈ। ਉਸ ਤੋਂ ਇਲਾਵਾ ਜੇ ਮੈਂ ਅੱਗੇ ਗੱਲ ਆਖਾਂ ਤੇ 22-23 ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਜਿਹੜਾ ਫਿਜ਼ੀਕਲ ਡੈਫਿਸਿਟ ਹੈ ਸਟੇਟ ਦਾ, ਉਹ ਆਪਣੀ ਸਟੇਟ ਗਵਰਨਮੈਂਟ GSDP ਦਾ 4% ਰੱਖ ਸਕਦੀ ਹੈ। ਉਸ ਤੋਂ ਇਲਾਵਾ ਜੇ ਆਪਾਂ ਗੱਲ ਆਖੀਏ ਉਸ ਵਿੱਚੋਂ 0.5% ਆਫ ਪਾਵਰ ਸੈਕਟਰ ਉੱਪਰ ਰਿਫਾਰਮਸ ਉੱਪਰ ਲਗਾ ਸਕਦੀ ਹੈ। ਇਹ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਡਨ। ਓਕੇ। ਚਲੋ ਉਸ ਤੋਂ ਬਾਅਦ ਅੱਗੇ ਦੇਖੋ, ਜੇ ਮੈਂ ਅੱਗੇ ਗੱਲ ਰੱਖਾਂ ਹੁਣ ਤੁਸੀਂ ਕੈਪੀਟਲ ਐਕਸਪੈਂਡੀਚਰ ਦੇਖ ਲਓ। ਡਨ। ਹੁਣ ਗਵਰਨਮੈਂਟ ਕਹਿਣਾ ਕੀ ਚਾਹ ਰਹੀ ਹੈ ਕਿ 22-23 ਵਿੱਚ, ਡਨ, ਜੇ ਮੈਂ ਦੇਖਾਂ 22-23 ਵਿੱਚ ਟੋਟਲ ਐਕਸਪੈਂਡੀਚਰ ਕਿੰਨਾ ਹੋਇਆ ਆਪਣਾ, ਜੇ ਮੈਂ ਦੇਖਾਂ ਕੈਪੀਟਲ ਐਕਸਪੈਂਡੀਚਰ, ਉਹ ਇਹ ਐਸਟੀਮੇਟ ਲਗਾ ਰਹੀ ਹੈ ਕਿ 22-23 ਚ ਆਪਾਂ ਲਗਾਤਾਰ ਅੱਗੇ ਵਧਾਂਗੇ। ਠੀਕ ਹੈ। ਜਿਹੜਾ ਰੈਵਨਿਊ ਐਕਸਪੈਂਡੀਚਰ ਹੈ ਉਹ ਘਟੇਗਾ ਤੇ ਕੈਪੀਟਲ ਐਕਸਪੈਂਡੀਚਰ ਵਧੇਗਾ। ਦੇਖ ਰਹੇ ਹੋ ਕੈਪੀਟਲ ਐਕਸਪੈਂਡੀਚਰ ਵਧਣ ਦੀ ਗੱਲ ਆਖ ਰਹੀ ਹੈ, ਸਮਝ ਰਹੇ ਹੋ, ਲਗਭਗ 86 ਤੋਂ ਉੱਪਰ ਜਾਏਗਾ, ਧਿਆਨ ਚ 86% ਤੋਂ ਉੱਪਰ ਜਾਏਗਾ। ਪਹਿਲੇ ਕਿੰਨਾ ਸੀ ਜੇ ਮੈਂ ਗੱਲ ਆਖਾਂ ਪਿਛਲੇ ਸਾਲ ਤੇ ਇੰਨਾ ਕੁ ਸੀ, ਹਨਾ, ਹੁਣ ਇਸ ਨੂੰ ਇਨਕਰੀਜ਼ ਕਰਨ ਦੀ ਗੱਲ ਆਖੀ ਗਈ ਹੈ, ਇਹ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਡਨ। यानी कि इस बार की हो रहा है कि ਅਸੀਂ कैपिटल एक्सपेंडिचर ਨੂੰ ਆਪਾਂ ਡਬਲ ਕਰਨ ਜਾ ਰਹੇ ਹਾਂ, कैपिटल एक्सपेंडिचर ਨੂੰ ਆਪਾਂ ਡਬਲ ਕਰਨ ਜਾ ਰਹੇ ਹਾਂ, ਸਮਝ ਗਏ ਇੱਕ ਤਰੀਕੇ ਨਾਲ, ਤੁਸੀਂ ਧਿਆਨ ਵਿੱਚ ਰੱਖਣਾ ਹੈ। ਉਸ ਤੋਂ ਇਲਾਵਾ ਆਪਣੇ ਅਸੀਂ ਰਿਸੋਰਸਸ ਨੂੰ ਪ੍ਰੋਪਰਲੀ ਮੋਬਿਲਾਈਜ਼ ਕਰਨਾ ਹੈ, ਤਾਂ ਉਹਦੇ ਲਈ ਕਰਾਂਗੇ ਕਿ ਜੇ ਆਪਾਂ ਦੇਖੀਏ ਆਪਾਂ ਇਨਫਰਾਸਟ੍ਰਕਚਰ ਸਟੇਟਸ ਲਈ ਆਪਾਂ ਡਾਟਾ ਸੈਂਟਰਸ ਲੈ ਕੇ ਆਵਾਂਗੇ, ਠੀਕ ਹੈ, એનર્ਜੀ ਸਟੋਰੇਜ ਸਿਸਟਮ ਲੈ ਕੇ ਆਵਾਂਗੇ। ਉਸ ਤੋਂ ਇਲਾਵਾ ਆਪਾਂ ਜੇ ਆਪਾਂ ਦੇਖੀਏ ਇਹ ਦੇਖਾਂਗੇ ਜਿਹੜੀ ਵੈਂਚਰ ਕੈਪੀਟਲ ਦੀ ਜਿਹੜੀ ਇਨਵੈਸਟਮੈਂਟ ਆ ਰਹੀ ਹੈ ਉਸ ਨੂੰ ਮੇਜਰ ਕਰਾਂਗੇ, ਠੀਕ ਹੈ। ਉਸ ਤੋਂ ਇਲਾਵਾ ਜਿਹੜੀ ਪ੍ਰਾਈਵੇਟ ਇਕੁਇਟੀ ਜਿਹੜੀ ਇਨਵੈਸਟਮੈਂਟ ਹੈ ਉਹਨੂੰ ਦੇਖਾਂਗੇ ਆਪਾਂ, ਜੇ ਲੋੜ ਹੈ ਉਹਨਾਂ ਨੂੰ ਪੈਸਿਆਂ ਦੀ ਅਸੀਂ ਪ੍ਰੋਵਾਈਡ ਕਰਾਂਗੇ। ਉਸ ਤੋਂ ਇਲਾਵਾ ਜੇ ਦੇਖਾਂਗੇ ਕਿ ਬਲੈਂਡਡ ਫਾਈਨੈਂਸ ਪ੍ਰੋਵਾਈਡ ਕਰਾਂਗੇ ਸਨਰਾਈਜ਼ ਸੈਕਟਰਸ ਲਈ। ਉਸ ਤੋਂ ਇਲਾਵਾ ਜੇ ਮੈਂ ਗੱਲ ਆਖਾਂ ਗ੍ਰੀਨ ਬੌਂਡਸ ਜੋ ਪ੍ਰੋਪਰਲੀ ਸਾਡੇ ਗ੍ਰੀਨ ਇਨਫਰਾਸਟ੍ਰਕਚਰ ਲਈ ਬਣਵਾਏ ਜਾਣਗੇ, ਜਿਵੇਂ ਬੌਂਡ ਹੁੰਦੇ ਆ ਨਾ, ਹਨਾ, ਉਵੇਂ ਤਰੀਕੇ ਨਾਲ ਗ੍ਰੀਨ ਬੌਂਡਸ ਹੋਇਆ ਕਰਨਗੇ, ਜਿਸ ਵਿੱਚ ਪੈਸਾ ਜਾਏਗਾ ਤਾਂ ਉਹ ਗ੍ਰੀਨ ਇਨਫਰਾਸਟ੍ਰਕਚਰ ਲਈ ਲੱਗੇਗਾ। ਡਨ। ਇਸ ਨੂੰ ਧਿਆਨ ਵਿੱਚ ਰੱਖ ਸਕਦੇ ਹੋ। ਡਨ। ਚਲੋ ਉਸ ਤੋਂ ਬਾਅਦ ਅੱਗੇ ਦੇਖੋ, ਅੱਗੇ ਦੀ ਗੱਲ ਦੇਖਾਂ ਮੈਂ ਵੇਟ, ਹਾਂ, ਟੈਕਸ ਵਿੱਚ ਹੁਣ ਟੈਕਸ ਦੀ ਸਲੈਬ ਵਿੱਚ ਕੋਈ ਚੇਂਜ ਨਹੀਂ ਆਇਆ, ਜੋ ਪਿਛਲੇ ਸਾਲ ਸੀ ਉਹੀ ਹੈ ਮੇਨ। ਡਨ। ਹਾਂ, ਇਹ ਚੀਜ਼ ਕਹਿ ਦਿੱਤਾ ਗਿਆ ਟੈਕਸ ਪੇਅਰਸ ਨੂੰ ਕਿ ਤੁਸੀਂ ਜਿਹੜੀ ਤੁਹਾਡੀ ਰਿਟਰਨ ਹੈ ਨਾ, ਤੁਸੀਂ ਰਿਟਰਨ ਨੂੰ ਜੇ ਕਰੈਕਟ ਕਰਨਾ ਤੁਹਾਡੇ ਕੋਲ 2 ਸਾਲ ਦਾ ਸਮਾਂ ਹੋਏਗਾ, ਤੁਸੀਂ ਆਪਣੇ ਐਰਰਸ ਨੂੰ ਕਰੈਕਟ ਕਰ ਸਕਦੇ ਹੋ। ਉਸ ਤੋਂ ਇਲਾਵਾ ਜਿਹੜੇ ਡਿਸੇਬਿਲਿਟੀ ਹੈ ਜਿਨ੍ਹਾਂ ਦੀ, ਉਹਨਾਂ ਨੂੰ ਕੁਝ ਟੈਕਸ ਰਿਲੀਫ ਦਿੱਤਾ ਗਿਆ। ਦੈਨ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਕੁਝ ਜਿਹੜਾ ਅਲਟਰਨੇਟਿਵ ਮਿਨੀਮਮ ਟੈਕਸ ਰੇਟ ਆ ਉਹ ਜਿਹੜਾ ਰਿਡਿਊਸ ਕੀਤਾ ਗਿਆ ਤੇ ਕੋਆਪਰੇਟਿਵਸ ਲਈ ਵੀ ਜਿਹੜਾ ਸਰਚਾਰਜ ਹੈ ਉਹ ਘਟਾਇਆ ਗਿਆ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਯਾਨੀ ਕਿ ਪਹਿਲੇ 18% ਸੀ, ਹੁਣ 15% ਕਰ ਦਿੱਤਾ ਗਿਆ, ਇਹ ਤੁਸੀਂ ਧਿਆਨ ਵਿੱਚ ਰੱਖਣਾ। ਦੈਨ ਉਸ ਤੋਂ ਇਲਾਵਾ ਹੁਣ ਉਹਨਾਂ ਨੇ ਕਿਹਾ ਕਿ ਜਿਹੜੇ ਸਟਾਰਟਅਪਸ ਹੈ ਉਹਨਾਂ ਨੂੰ ਕੁਝ ਟੈਕਸ ਇਨਸੈਂਟਿਵ ਦਿੱਤੇ ਜਾਣਗੇ, ਜਿਹੜੇ ਐਲੀਜੀਬਲ ਸਟਾਰਟਅਪਸ ਹੋਣਗੇ ਉਹਨਾਂ ਨੂੰ ਆਪਾਂ ਹੁਣ ਟੈਕਸ ਇਨਸੈਂਟਿਵ ਦੇਵਾਂਗੇ। ਦੈਨ ਹੁਣ ਕਹਿੰਦੇ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੀ ਇਨਕਮ ਆਏਗੀ ਜਦੋਂ ਆਪਾਂ ਆਪਣੇ ਵਰਚੁਅਲ ਐਸੈਟਸ ਨੂੰ ਆਪਾਂ ਟ੍ਰਾਂਸਫਰ ਕਰਨ ਜਾਵਾਂਗੇ ਉਦੋਂ ਜੋ ਟੈਕਸ ਲੱਗੇਗਾ 30% ਦਾ, ਉਸ ਤੋਂ ਹੁਣ ਇਨਕਮ ਆਣੀ ਸਟਾਰਟ ਹੋਏਗੀ। ਉਸ ਤੋਂ ਇਲਾਵਾ ਅਸੀਂ ਇਸ ਤਰ੍ਹਾਂ ਦੀ ਕੋਸ਼ਿਸ਼ ਕਰਾਂਗੇ ਜਿਹੜੇ ਰੈਪੀਟੇਟਿਵ ਅਪੀਲਸ ਹੁੰਦੀਆਂ ਉਹਨੂੰ ਆਪਾਂ ਮੈਨੇਜ ਕਰਨ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ। ਬੈਟਰ ਲਿਟੀਗੇਸ਼ਨ ਮੈਨੇਜਮੈਂਟ ਹੋਏਗੀ ਜਿਸ ਆਧਾਰ ਤੇ ਜਿਹੜਾ ਅਪੀਲਸ ਆਉਂਦੀ ਹੈ ਉਹਨੂੰ ਆਪਾਂ ਮਤਲਬ
ਅਵੋਇਡ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਮੰਨ ਲਓ ਤੁਹਾਨੇ 10 ਲੱਖ ਤੁਹਾਡਾ ਮੰਨ ਲਓ ਟੈਕਸ ਬਣਦਾ, ਤੁਸੀਂ 6 ਲੱਖ ਦਿੱਤਾ, 4 ਲੱਖ ਬਾਰੇ ਗੱਲ ਨਹੀਂ ਕੀਤੀ, ਤੁਸੀਂ 4 ਲੱਖ ਦਾ ਸਰਕਾਰ ਕਹਿੰਦੀ ਭਾਵੇਂ ਹੁਣ ਦੱਸ ਦਿਓ ਸਾਨੂੰ, ਤੁਹਾਡੇ ਉੱਪਰ ਅਸੀਂ ਕੋਈ ਵੀ ਨੁਕਸਾਨ ਸਰਚਾਰਜ ਨਹੀਂ ਲਗਾਵਾਂਗੇ। ਡਨ, ਇਸ ਨੂੰ ਧਿਆਨ ਵਿੱਚ ਰੱਖ ਸਕਦੇ ਹੋ। ਡਨ, ਚਲੋ ਉਸ ਤੋਂ ਬਾਅਦ ਜੇ ਮੈਂ ਗੱਲ ਆਖਾਂ ਅੱਗੇ ਕਸਟਮ ਐਡਮਿਨਿਸਟ੍ਰੇਸ਼ਨ ਦੀ, ਹਨਾ, ਹੁਣ ਕਸਟਮ ਜਿਹੜੀ ਹੁਣ ਤੁਹਾਨੂੰ ਪਤਾ ਕਸਟਮ ਆਫਿਸ ਹੋਇਆ ਕਰਦੇ ਸੀ, ਹੁਣ ਵੀ ਹੈ ਮਗਰ ਫਿਜ਼ੀਕਲੀ ਹੈ, ਹੁਣ ਉਹਨਾਂ ਨੂੰ ਆਈਟੀ ਨਾਲ ਰਿਲੇਟਡ ਕਰ ਦੇਣਾ ਹੈ। ਦੈਨ ਸਪੈਸ਼ਲ ਇਕਨੋਮਿਕ ਜ਼ੋਨ ਵਿੱਚ ਹੁਣ ਆਈਟੀ ਨਾਲ ਪ੍ਰੋਪਰਲੀ ਆਈਟੀ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਹੈ ਉਹ ਉਹਨੂੰ ਐਡਮਿਸ਼ਨ ਕਰੇਗੀ, ਠੀਕ, ਉਹ ਉਹਨੂੰ ਚਲਾਏਗੀ ਕਸਟਮ ਆਫਿਸ ਨੂੰ, ਤੁਸੀਂ ਧਿਆਨ 'ਚ ਰੱਖ ਸਕਦੇ ਹੋ। ਉਸ ਤੋਂ ਇਲਾਵਾ ਦੈਨ ਜਿਹੜੇ ਕੈਪੀਟਲ ਗੁਡਸ ਹੈ, ਜਿਹੜੇ ਪ੍ਰੋਜੈਕਟ ਜਿਹੜੇ ਇੰਪੋਰਟ ਹੋ ਰਹੇ ਨੇ ਉਹਨਾਂ ਉੱਪਰ ਮੋਡਰੇਟ ਟੈਰਿਫ ਲੱਗਿਆ ਕਰੇਗਾ 7.5% ਦਾ। ਉਸ ਤੋਂ ਇਲਾਵਾ ਜੇ ਮੈਂ ਗੱਲ ਆਖਾਂ ਕੁਝ ਕਸਟਮ ਐਗਜ਼ੈਂਪਸ਼ਨ ਦਿੱਤੀਆਂ ਜਾਣਗੀਆਂ, ਟੈਰਿਫ ਨੂੰ ਕੁਝ ਸਿੰਪਲੀਫਾਈ ਕੀਤਾ ਗਿਆ ਹੈ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਦੈਨ ਤੁਸੀਂ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਹੈ। ਉਸ ਤੋਂ ਇਲਾਵਾ ਉਹਨਾਂ ਨੇ ਕੁਝ ਐਗਜ਼ੈਂਪਸ਼ਨ ਦਿੱਤੀਆਂ ਜਿਹੜੇ ਸਾਨੂੰ ਟੂਲਸ ਦੀ ਲੋੜ ਪੈਂਦੀ ਹੈ, ਹਨਾ, ਜਿਹੜੇ ਮੈਨੂਫੈਕਚਰਿੰਗ ਕੁਝ ਐਗਰੀਕਲਚਰ ਸੈਕਟਰ ਨੂੰ ਅੱਗੇ ਵਧਾਉਣਾ ਹੈ ਨਾ, ਤਾਂ ਉਹਦੇ ਲਈ ਟੂਲਸ ਦੀ ਲੋੜ ਹੈ, ਹਨਾ, ਤੇ ਇਹ ਜੇ ਭਾਰਤ ਵਿੱਚ ਮੈਨੂਫੈਕਚਰਿੰਗ ਹੋ ਰਹੇ ਹਨ ਤਾਂ ਉਹਨਾਂ ਉੱਪਰ ਕੁਝ ਐਗਜ਼ੈਂਪਸ਼ਨ ਦਿੱਤੀਆਂ ਗਈਆਂ ਨੇ। ਦੈਨ ਇਸ ਨੂੰ ਧਿਆਨ 'ਚ ਰੱਖਣਾ ਹੈ। ਉਸ ਤੋਂ ਇਲਾਵਾ ਸਟੀਲ ਸਕ੍ਰੈਪ ਦੇ ਉੱਪਰ ਐਗਜ਼ੈਂਪਸ਼ਨਸ ਮਿਲੀ ਹੈ, ਹਨਾ, ਕਸਟਮ ਡਿਊਟੀ ਦੀ ਐਕਸਟੈਂਸ਼ਨ ਕਰ ਦਿੱਤੀ ਗਈ ਕਿ ਕਸਟਮ ਡਿਊਟੀ ਨਹੀਂ ਲੱਗਦੀ ਸੀ ਸਟੀਲ ਸਕ੍ਰੈਪ ਦੇ ਉੱਪਰ। ਡਨ, ਉਸ ਤੋਂ ਇਲਾਵਾ ਜੇ ਆਪਾਂ ਦੇਖੀਏ ਸ਼੍ਰਿੰਪ ਐਕਵਾਕਲਚਰ, ਜਿਹੜਾ ਸ਼੍ਰਿੰਪ ਐਕਵਾਕਲਚਰ ਹੈ ਉਹਦੀ ਜੇ ਉਹਦੇ ਲਈ ਜਿਹੜੀ ਇਨਪੁਟਸ ਦੀ ਰਿਕੁਆਇਰਮੈਂਟ ਹੁੰਦੀ ਸੀ, ਹਨਾ, ਤਾਂ ਇਨਪੁਟਸ ਦੀ ਰਿਕੁਆਇਰਮੈਂਟ ਲਈ ਡਿਊਟੀ ਲੱਗਦੀ ਸੀ, ਉਹਨਾਂ ਦੇ ਉੱਪਰ ਇੰਨਾ ਡਿਊਟੀ ਲੱਗਦੀ ਸੀ, ਉਹ ਰਿਡਕਸ਼ਨ ਕੀਤੀ ਗਈ ਹੈ। ਉਸ ਤੋਂ ਇਲਾਵਾ ਹੁਣ ਭਾਰਤ ਕੀ ਚਾਹੁੰਦਾ ਹੈ ਕਿ ਜਿਹੜਾ ਸਾਡਾ ਆਇਲ ਹੈ, ਹਨਾ, ਪੈਟਰੋਲ ਹੈ, ਜਿਹੜਾ ਡੀਜ਼ਲ ਹੈ, ਉਹਦੇ 'ਚ ਸਾਨੂੰ ਹੁਣ ਇਥੇਨੋਲ ਹੋਣਾ ਚਾਹੀਦਾ, ਹਨਾ, ਬਲੈਂਡਡ ਫਿਊਲ ਹੋਣਾ ਚਾਹੀਦਾ। ਮਗਰ ਉਹਨਾਂ ਨੇ ਸਾਫ਼ ਕਹਿਤਾ ਇਸ ਬਲੈਂਡਡ ਫਿਊਲ ਨੂੰ ਪ੍ਰਮੋਟ ਕਰਨ ਲਈ ਜਿਹੜਾ ਅਨਬਲੈਂਡਡ ਫਿਊਲ ਹੋਏਗਾ ਉਸ ਦੇ ਉੱਪਰ ਅਸੀਂ ਕੁਝ ਡਿਫਰੈਂਸ਼ੀਏਟ ਐਕਸਾਈਜ਼ ਡਿਊਟੀ ਵੀ ਲਗਾਵਾਂਗੇ। ਸਮਝ ਪਾ ਰਹੇ ਹੋ ਕਿ ਜਿਵੇਂ 20% ਸਾਡਾ ਇਥੇਨੋਲ ਹੋਣਾ ਚਾਹੀਦਾ 2030 ਤੱਕ। ਦੈਨ ਓਕੇ, ਇਹ ਪੈਟਰੋਲ ਤੇ ਡੀਜ਼ਲ 'ਚ ਦੇਖਣ ਨੂੰ ਮਿਲਣਾ ਚਾਹੀਦਾ। ਤਾਂ ਇਸ ਨੂੰ ਪ੍ਰਮੋਟ ਕਰਨ ਲਈ ਗਵਰਨਮੈਂਟ ਕੀ ਕਰ ਰਹੀ ਹੈ ਕਿ ਬਿਨਾਂ ਇਸ ਬਲੈਂਡਡ ਹੋਇਆ ਅਨਬਲੈਂਡਡ ਜਿਹੜਾ ਪੈਟਰੋਲ ਹੋਏਗਾ, ਹਨਾ, ਬਿਨਾਂ ਮਿਕਸਚਰ ਹੋਇਆ ਉਹਦੇ ਉੱਪਰ ਐਕਸਾਈਜ਼ ਡਿਊਟੀ ਲੱਗ ਸਕਦੀ ਹੈ, ਠੀਕ ਹੈ। ਸੋ ਤੁਸੀਂ ਧਿਆਨ 'ਚ ਰੱਖਣਾ। ਹੁਣ ਇਹ ਬੜਾ ਇੰਪੋਰਟੈਂਟ ਹੋ ਜਾਂਦਾ ਹੈ ਕਿ ਇੱਕ ਪਾਸੋਂ ਆਪਾਂ ਦੇਖਾਂਗੇ ਸੀਮਿਸ ਤੋਂ ਕਿ ਪੈਸਾ ਕਿੱਥੋਂ ਆ ਰਿਹਾ, ਇੱਕ ਪਾਸੋਂ ਅਸੀਂ ਦੇਖਾਂਗੇ ਕਿ ਪੈਸਾ ਕਿੱਥੇ ਜਾ ਰਿਹਾ। ਦੈਨ ਪੈਸਾ ਕਿਵੇਂ ਆ ਰਿਹਾ, ਪੈਸਾ ਕਿਵੇਂ ਜਾ ਰਿਹਾ। ਆਪਾਂ 1 ਰੁਪਏ ਤੋਂ ਅਨੁਮਾਨ ਲਗਾਉਂਦੇ ਹਾਂ ਤੇ 1 ਰੁਪਏ 'ਚ ਦੇਖੋ ਜੋ ਪੈਸਾ ਦੇਖੀਏ ਸਭ ਤੋਂ ਜ਼ਿਆਦਾ ਪੈਸਾ 15% ਜਿਹੜਾ 1 ਰੁਪਏ ਦਾ ਉਹ ਇਨਕਮ ਟੈਕਸ ਤੋਂ ਆਉਂਦਾ ਹੈ। ਦੈਨ ਉਸ ਤੋਂ ਬਾਅਦ ਜੇ ਮੈਂ ਦੇਖਾਂ ਵੇਟ, ਹਨਾ, ਸੌਰੀ ਮਾਫ ਕਰਨਾ, ਸਭ ਤੋਂ ਜ਼ਿਆਦਾ ਪੈਸਾ ਜਿਹੜਾ ਆਉਂਦਾ GST ਦਾ ਆਉਂਦਾ। ਉਹ GST ਦਾ 16% ਜਿਹੜਾ ਪੈਸਾ ਹੈ 1 ਰੁਪਏ ਦਾ 16% ਜਿਹੜਾ GST ਤੋਂ ਆਉਂਦਾ। ਸੈਕਿੰਡ ਨੰਬਰ ਤੇ ਇਨਕਮ ਟੈਕਸ ਤੋਂ 15% ਆਉਂਦਾ। ਦੈਨ 1 ਰੁਪਏ ਦਾ। ਉਸ ਤੋਂ ਇਲਾਵਾ ਜੇ ਮੈਂ ਗੱਲ ਆਖਾਂ ਕਾਰਪੋਰੇਟ ਟੈਕਸ ਤੋਂ 15% ਆਉਂਦਾ। ਉਸ ਤੋਂ ਇਲਾਵਾ ਜੇ ਮੈਂ ਗੱਲ ਆਖਾਂ ਜੇ ਮੈਂ ਦੇਖਾਂ ਆਪਣਾ ਹੋ ਗਿਆ, ਹਾਂ, ਬੋਰਿੰਗ ਐਂਡ ਅਦਰ ਲਾਇਬਿਲਿਟੀਜ਼ ਤੋਂ 35% ਆਉਂਦਾ। ਉਸ ਤੋਂ ਇਲਾਵਾ ਐਕਸਾਈਜ਼ ਡਿਊਟੀ ਤੋਂ ਜਿਹੜਾ ਇਨਕਮ ਆਉਂਦੀ ਹੈ ਉਹ 7% ਆਉਂਦੀ 1 ਰੁਪਏ ਦੀ। ਉਸ ਤੋਂ ਇਲਾਵਾ ਨੋ ਟੈਕਸ ਰੈਵਨਿਊ ਜਿਹੜਾ ਆਉਂਦਾ 5% ਆਉਂਦਾ, ਠੀਕ ਹੈ। ਜਿਹੜਾ ਕਸਟਮ ਆਉਂਦਾ ਉਹ 5% ਆਉਂਦਾ। ਦੈਨ ਉਸ ਤੋਂ ਇਲਾਵਾ ਜਿਹੜਾ ਨੋ ਡੈਟ ਕੈਪੀਟਲ ਰਿਸਿਪਟਸ ਆਉਂਦੀ ਹੈ 2% ਆਉਂਦੀ ਹੈ। ਸਮਝ ਰਹੇ ਹੋ ਕਿ ਇਸ ਤੋਂ ਆਪਾਂ ਕੀ ਸਮਝ ਪਾ ਰਹੇ ਹਾਂ ਕਿ ਸਰਕਾਰ ਕੋਲ ਪੈਸਾ ਕਿਵੇਂ ਆਉਂਦਾ। ਤਾਂ ਤੁਸੀਂ ਦੇਖ ਰਹੇ ਹੋਵੋਗੇ ਬੋਰਿੰਗ ਤੇ ਲਾਇਬਿਲਿਟੀ ਤੋਂ 35% ਆਉਂਦਾ। ਉਸ ਤੋਂ ਇਲਾਵਾ ਸਾਡਾ GST ਤੋਂ 16% ਆਉਂਦਾ, ਠੀਕ ਹੈ, 1 ਰੁਪਏ ਦਾ। ਤੇ ਜੇ ਆਪਾਂ ਦੇਖੀਏ ਇਨਕਮ ਟੈਕਸ ਦਾ 15% ਆਉਂਦਾ, ਯਾਨੀ ਕਿ ਪਹਿਲੇ ਨੰਬਰ ਤੇ ਬੋਰਿੰਗ ਲਾਇਬਿਲਿਟੀਜ਼ ਹੈ, ਸੈਕਿੰਡ ਨੰਬਰ ਤੇ GST ਹੈ, ਥਰਡ ਨੰਬਰ ਤੇ ਇਨਕਮ ਟੈਕਸ ਹੈ। ਇਹ ਤੁਸੀਂ ਯਾਦ ਰੱਖ ਸਕਦੇ ਹੋ। ਉਸ ਤੋਂ ਇਲਾਵਾ ਖਰਚਾ ਕਿੱਥੇ ਹੁੰਦਾ, ਕਿਹੜੇ ਸੈਕਟਰ ਸਭ ਤੋਂ ਜ਼ਿਆਦਾ ਹੁੰਦਾ, ਕਿੱਥੇ ਘੱਟ ਹੁੰਦਾ। ਸਭ ਤੋਂ ਜ਼ਿਆਦਾ ਖਰਚਾ ਕਿੱਥੇ ਹੁੰਦਾ, ਜੇ ਬੋਰਿੰਗ ਕਰਾਂਗੇ ਆਪਾਂ, ਠੀਕ ਹੈ, ਜੇ ਆਪਾਂ ਬੋਰਿੰਗ ਕਰਾਂਗੇ, ਆਪਾਂ ਜੇ ਲੋਨ ਲਵਾਂਗੇ ਤਾਂ ਵਿਆਜ ਵੀ ਤਾਂ ਭਰਨਾ ਪਏਗਾ। ਤੇ ਇਹ ਤਾਂ ਕਾਮਨ ਸੈਂਸ ਹੈ ਕਿ ਜੇ 35% ਪੈਸਾ ਸਾਡਾ ਬੋਰਿੰਗ ਤੋਂ ਆ ਰਿਹਾ ਤਾਂ ਇਸਦਾ ਮਤਲਬ ਕੱਲ ਨੂੰ ਉਹਨੂੰ ਵਿਆਜ ਵੀ ਦੇਣਾ ਪਏਗਾ। ਇਸਦਾ ਮਤਲਬ 1 ਰੁਪਏ ਦਾ 20% ਜਿਹੜਾ ਉਹ ਵਿਆਜ ਚਲਾ ਜਾਊਗਾ। 80% ਪੈਸਾ ਬਚਿਆ। 80% ਪੈਸੇ ਵਿੱਚੋਂ ਵੀ ਜੇ ਦੇਖੀਏ ਸੈਕਿੰਡ ਨੰਬਰ ਜਿਹੜਾ ਪੈਸਾ ਜਾਉਂਦਾ ਉਹ ਜਾਉਂਦਾ ਸ਼ੇਅਰਸ, ਜਿਹੜੇ ਸੌਰੀ ਮਾਫ ਕਰਨਾ, ਸ਼ੇਅਰਸ ਕਹਿ ਗਿਆ, ਟੈਕਸਿਸ ਤੇ ਡਿਊਟੀਜ਼ ਸਟੇਟਸ ਦੀਆਂ ਉਹ ਚਲੀ ਜਾਂਦੀਆਂ 17%। ਉਸ ਤੋਂ ਇਲਾਵਾ ਫਿਰ ਸੈਂਟਰ ਸੈਕਟਰ ਸਕੀਮ 'ਚ ਚਲਾ ਜਾਂਦਾ 15% ਪੈਸਾ ਤੀਜੇ ਨੰਬਰ ਤੇ। ਫਿਰ ਉਸ ਤੋਂ ਬਾਅਦ ਜਿਹੜਾ ਪੈਸਾ ਹੈ ਫਾਈਨੈਂਸ ਕਮਿਸ਼ਨ ਤੇ ਅਦਰ ਟ੍ਰਾਂਸਫਰ ਹੋ ਜਾਂਦਾ। ਉਸ ਤੋਂ ਇਲਾਵਾ ਜੇ ਮੈਂ ਗੱਲ ਆਖਾਂ ਤੇ ਅਦਰ ਐਕਸਪੈਂਡੀਚਰ 9% ਹੁੰਦਾ, ਡਿਫੈਂਸ ਉੱਪਰ 8% ਐਕਸਪੈਂਡੀਚਰ ਹੁੰਦਾ, ਸਬਸਿਡੀ ਉੱਪਰ 8% ਹੁੰਦਾ, ਜਿਹੜੀ ਸੈਂਟਰ ਸਪਾਂਸਰਡ ਸਕੀਮਸ ਆ ਉਹਦੇ ਉੱਪਰ 9% ਹੁੰਦਾ, ਪੈਨਸ਼ਨ ਉੱਪਰ 4% ਹੁੰਦਾ। ਇਸ ਤਰ੍ਹਾਂ ਖਰਚਾ ਹੁੰਦਾ। ਡਰ ਸੋ ਧਿਆਨ 'ਚ ਰੱਖਣਾ ਤੇ ਨੰਬਰ ਫਿਗਰ ਯਾਦ 'ਚ ਰੱਖਣਾ ਕਿ ਉਹਨਾਂ ਨੇ ਦੱਸਿਆ ਕਿ ਜਿਹੜਾ 21-22 ਦੀ ਰੈਵਨਿਊ ਰਿਸਿਪਟਸ ਆਈਆਂ ਸਾਡੇ ਕੋਲ ਉਹ ਇੰਨੀਆਂ ਆਈਆਂ। ਦੈਨ ਓਕੇ, ਤੇ 22-23 ਦੀਆਂ ਅਸੀਂ ਸੋਚੀਆਂ ਇੰਨੀਆਂ ਆਣਗੀਆਂ। ਦੈਨ ਓਕੇ, ਤੁਸੀਂ ਧਿਆਨ 'ਚ ਰੱਖਣਾ ਤੇ ਜਿਹੜੀਆਂ ਸਾਡੀਆਂ ਇਹ ਰੈਵਨਿਊ ਰਿਸਿਪਟਸ ਹੈ, ਕੈਪੀਟਲ ਜਿਹੜੀ ਰਿਸਿਪਟਸ ਹੈ, ਉਹਨਾਂ ਨੇ ਕਿਹਾ 21-22 'ਚ ਸਾਡੀਆਂ ਆਈਆਂ 16 91,064 ਤੇ 22-23 'ਚ ਐਸਟੀਮੇਟਡ ਹੈ ਇਹ 174,487 ਆਣਗੀਆਂ। ਡਨ। ਉਸ ਤੋਂ ਬਾਅਦ ਜੇ ਆਪਾਂ ਖਰਚੇ ਦੀ ਗੱਲ ਕਰੀਏ, ਰੈਵਨਿਊ ਜਿਹੜਾ ਖਰਚਾ ਹੋਏਗਾ ਉਸ ਵਿੱਚ ਜਿਹੜੀਆਂ ਸਾਡੀਆਂ ਰੈਵਨਿਊ ਖਰਚਾ ਦੇਖਣ ਨੂੰ ਮਿਲੇਗਾ ਤਾਂ 22-23 ਵਿੱਚ ਹਲਕਾ ਜਿਹਾ ਇਨਕਰੀਜ਼ ਹੋਏਗਾ, 31,94,663 ਹੋਏਗਾ। ਇਹ ਸਾਡਾ ਐਸਟੀਮੇਟ ਹੈ ਅਗਲੇ ਸਾਲ ਦਾ। ਤੇ ਪਿਛਲੇ ਸਾਲ ਵਿੱਚ ਕਿੰਨਾ ਖਰਚਾ ਹੋਇਆ, ਉਹ 31
67 28 9 ਡਨ ਓਕੇ। ਤੇ ਇਹ ਖਰਚੇ ਦੀ ਗੱਲ ਆਖ ਰਹੇ ਹਾਂ ਆਪਣਾ। ਤੇ ਜਿਹੜਾ ਕੈਪੀਟਲ ਐਕਸਪੈਂਡੀਚਰ ਹੈ ਇਹ ਤੁਸੀਂ ਦੇਖ ਰਹੇ ਹੋਵੋਗੇ, ਧਿਆਨ ਨਾਲ ਦੇਖੋ। ਹੁਣ ਜਿਹੜੀ ਗਵਰਨਮੈਂਟ ਚਾਹੁੰਦੀ ਹੈ, ਦੇਖੋ ਧਿਆਨ ਨਾਲ ਦੇਖਣਾ। ਹੁਣ ਮੈਂ ਕਿਉਂ ਧਿਆਨ ਨਾਲ ਕਹਿ ਰਿਹਾ, ਕਿਉਂਕਿ ਗਵਰਨਮੈਂਟ ਦਾ ਇਸ ਵਾਰ ਮਨਸ਼ਾ ਕੀ ਹੈ ਕਿ ਉਹ ਕੈਪੀਟਲ ਐਕਸਪੈਂਡੀਚਰ ਨੂੰ ਵਧਾਉਣਾ ਚਾਹੁੰਦੀ ਹੈ। ਆਹ ਦੇਖੋ 21-22 ਦਾ ਜਿਹੜਾ ਖਰਚਾ ਹੋਇਆ ਸੀ ਕੈਪੀਟਲ ਉੱਪਰ, ਠੀਕ ਹੈ। ਕੈਪੀਟਲ ਐਕਸਪੈਂਡੀਚਰ ਕੀ ਹੁੰਦਾ ਹੈ? ਐਸਟ ਉੱਪਰ ਖਰਚਾ ਕਰਨਾ, ਠੀਕ ਹੈ ਠੀਕ ਹੈ। ਐਸਟ ਕ੍ਰੀਏਟ ਕਰਨੇ ਤਾਂ ਕਿ ਕੱਲ ਨੂੰ ਅਸੀਂ ਇੰਪਲੋਇਮੈਂਟ ਦੇ ਸਕੀਏ, ਕੱਲ ਨੂੰ ਮਤਲਬ ਕਿ ਅੱਗੇ ਗਰੋਥ ਹੋ ਸਕੇ ਸਾਡੀ। ਰੈਵਨਿਊ ਉੱਪਰ ਖਰਚਾ ਕਰਨ ਤਾਂ ਕੁਝ ਵੀ ਨਹੀਂ ਹੋਣਾ। ਸੈਲਰੀ ਦੇਣ ਨਾਲ ਕੀ ਹੋ ਜਾਏਗਾ? ਕੁਝ ਨਹੀਂ ਹੋਣ ਵਾਲਾ। ਡਨ। ਨਾਰਮਲ ਖਰਚੇ ਕਰਨ ਨਾਲ ਕੀ ਹੋ ਜਾਏਗਾ? ਕੁਝ ਨਹੀਂ ਹੋਣਾ। ਕੋਈ ਐਸਟ ਕ੍ਰੀਏਟ ਕੀਤੀ, ਹੁਣ ਜਿਵੇਂ ਤੁਸੀਂ ਤੁਹਾਡੀ ਸੈਲਰੀ ਆਉਂਦੀ ਹੈ, ਜੇ ਸੈਲਰੀ ਵਿੱਚ ਤੁਸੀਂ ਕੋਈ ਮਤਲਬ ਕੋਈ ਪਲਾਂਟ ਲੈ ਲੈਂਦੇ ਹੋ, ਠੀਕ ਨਾ, ਕੋਈ ਪਲਾਟ ਲੈ ਲੈਂਦੇ ਹੋ ਪ੍ਰੋਪਰ, ਹਨਾ। ਜੇ ਕੋਈ ਤੁਸੀਂ ਲੈਂਡ ਲੈ ਲੈਂਦੇ ਹੋ ਪ੍ਰੋਪਰਲੀ, ਜਾਂ ਕੋਈ ਮਤਲਬ ਪ੍ਰੋਡਕਟ ਬਣਾ ਲੈਂਦੇ ਹੋ ਤੁਸੀਂ, ਜੇ ਤੁਸੀਂ ਲੈਪਟਾਪ ਲੈ ਲੈਂਦੇ ਹੋ, ਇੱਕ ਐਸਟ ਹੀ ਹੋ ਗਿਆ, ਹਨਾ। ਇਸੇ ਤਰੀਕੇ ਨਾਲ ਸਰਕਾਰ ਦੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਰਨਾ ਚਾਹੁੰਦੀ ਹੈ, ਟੈਕਨੋਲੋਜੀ ਡਿਵੈਲਪਮੈਂਟ ਕਰਨਾ ਚਾਹੁੰਦੀ ਹੈ, ਸਟੋਰੇਜ ਸਿਸਟਮ ਲਿਆਉਣਾ ਚਾਹੁੰਦੀ ਹੈ। ਤਾਂ ਉਹਨਾਂ ਨੇ ਮਨਸ਼ਾ ਕੀਤੀ ਹੈ ਕਿ 22-23 ਵਿੱਚ ਅਗਲੇ ਸਾਲ ਵਿੱਚ ਅਸੀਂ ਲਗਭਗ ਇਸ ਤੋਂ ਲਗਭਗ 2 ਗੁਣਾ, ਲਗਭਗ 2 ਗੁਣਾ ਤਾਂ ਨਹੀਂ ਕਹਾਂਗਾ, ਮਤਲਬ ਬਹੁਤ ਇਨਕਰੀਜ਼ ਹੋਣ ਦਾ ਜਾ ਰਿਹਾ ਕੈਪੀਟਲ ਐਕਸਪੈਂਡੀਚਰ। ਡਨ ਓਕੇ। 10 67 88 9 ਜਿਹੜਾ ਸਾਨੂੰ ਦੇਖਣ ਨੂੰ ਮਿਲੇਗਾ ਕੈਪੀਟਲ ਐਕਸਪੈਂਡੀਚਰ। ਡਨ ਓਕੇ। ਉਸ ਤੋਂ ਇਲਾਵਾ ਕਿਹੜੀ ਮੇਜਰ ਸਕੀਮ ਹੈ ਜਿਸ ਤੇ ਪੈਸਾ ਲੱਗ ਰਿਹਾ ਆਪਣਾ? ਜੇ ਆਪਾਂ ਕਰੰਟਲੀ ਗੱਲ ਕਰੀਏ 21-22 ਵਿੱਚ ਤੁਸੀਂ ਦੇਖੋਗੇ ਨੈਸ਼ਨਲ ਹੈਲਥ ਸਕੀਮ ਦੇ ਉੱਪਰ ਇੰਨੇ ਕਰੋੜ ਲੱਗਿਆ, ਤੇ 22-23 ਚ ਕੋਸ਼ਿਸ਼ ਹੈ ਕਿ ਇੰਨੇ ਕਰੋੜ ਰੁਪਏ ਲਗਾਉਣਾ ਹੈ। ਜਿਹੜਾ ਸਾਡਾ ਮਿਸ਼ਨ ਚੱਲ ਰਿਹਾ, ਠੀਕ ਹੈ, ਸਾਡਾ ਜਲ ਜੀਵਨ ਮਿਸ਼ਨ ਚੱਲ ਰਿਹਾ, ਤੇ 22-23 ਵਿੱਚ ਸਾਡਾ ਇੰਨਾ ਪੈਸਾ ਲੱਗੇਗਾ, ਤੇ 21-22 ਵਿੱਚ ਸਾਡਾ ਇੰਨਾ ਪੈਸਾ ਲੱਗਿਆ। ਡਨ। ਉਸ ਤੋਂ ਇਲਾਵਾ ਨੈਸ਼ਨਲ ਐਜੂਕੇਸ਼ਨ ਮਿਸ਼ਨ ਚੱਲ ਰਿਹਾ, 21-22 ਵਿੱਚ ਸਾਡਾ ਇੰਨਾ ਪੈਸਾ ਲੱਗਿਆ, ਤੇ 22-23 ਵਿੱਚ ਸਾਡਾ ਇੰਨਾ ਪੈਸਾ ਲੱਗੇਗਾ। ਉਸ ਤੋਂ ਇਲਾਵਾ ਜੇ ਮੈਂ ਗੱਲ ਆਖਾਂ PM ਕਿਸਾਨ ਜਿਹੜੀ ਯੋਜਨਾ ਹੈ, ਹਨਾ, 21-22 ਵਿੱਚ ਇੰਨਾ ਪੈਸਾ ਲੱਗਿਆ। ਡਨ। 67,500, ਠੀਕ ਹੈ, ਕਰੋੜ। ਉਸ ਤੋਂ ਬਾਅਦ ਅੱਗੇ ਜਾ ਕੇ ਇਨਕਰੀਜ਼ ਹੋ ਜਾਏਗਾ ਅਗਲੇ ਸਾਲ ਲਈ 22-23 ਲਈ, ਕਿਉਂਕਿ ਸਾਡਾ ਬਜਟ ਜਿਹੜਾ ਹਮੇਸ਼ਾ ਅਗਲੇ ਸਾਲ ਲਈ ਅਸੀਂ ਬਣਾਉਂਦੇ ਹਾਂ, ਤੇ ਨਾਲ ਹੀ ਆਪਾਂ ਐਨਾਲਾਈਜ਼ ਕਰਦੇ ਹਾਂ ਪਿਛਲੇ ਸਾਲ ਨੂੰ, ਪਿਛਲੇ ਸਾਲ ਜਿਹੜਾ ਹੁਣ ਲੰਘਣ ਜਾ ਰਿਹਾ 21-22। ਉਸ ਤੋਂ ਇਲਾਵਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਇਹ ਤੁਸੀਂ ਦੇਖ ਰਹੇ ਹੋਵੋਗੇ, ਤੇ ਇਸ 21-22 ਲਈ ਸਾਡਾ ਇੰਨਾ 14,000 ਕਰੋੜ ਰੁਪਏ ਖਰਚਾ ਆਏਗਾ, ਤੇ ਆਉਣ ਵਾਲੇ ਸਾਲ 'ਚ 19,000 ਕਰੋੜ ਦਾ ਖਰਚਾ ਹੋਏਗਾ। ਡਨ। ਉਸ ਤੋਂ ਇਲਾਵਾ ਜਿਹੜਾ ਸਾਡਾ ਆਤਮ ਨਿਰਭਰ ਭਾਰਤ ਰੋਜ਼ਗਾਰ ਯੋਜਨਾ ਹੈ, ਉਸ ਵਿੱਚ 21-22 ਵਿੱਚ 5,000 ਦਾ ਖਰਚਾ ਆਇਆ ਸੀ, 5,000 ਕਰੋੜ ਦਾ, ਹੁਣ 6400 ਕਰੋੜ ਦਾ ਖਰਚਾ ਆਏਗਾ ਅਗਲੇ ਆਉਣ ਵਾਲੇ ਸਾਲ ਵਿੱਚ। ਉਸ ਤੋਂ ਇਲਾਵਾ ਪ੍ਰਧਾਨ ਮੰਤਰੀ ਸਵਾਸਥਯ ਸੁਰੱਖਿਆ ਯੋਜਨਾ ਵਿੱਚ 21-22 ਵਿੱਚ 7400 ਦਾ ਖਰਚਾ ਆਇਆ ਸੀ, 7400 ਕਰੋੜ ਦਾ। ਉਸ ਤੋਂ ਇਲਾਵਾ ਅੱਗੇ ਜਾ ਕੇ ਇਨਕਰੀਜ਼ ਹੋ ਜਾਏਗਾ, 10,000 ਕਰੋੜ ਦਾ ਖਰਚਾ ਹੋਏਗਾ। ਡਨ। ਸੋ ਇਸ ਤੋਂ ਇਲਾਵਾ ਕੁਝ ਫਿਗਰਾਂ ਦੱਸਣੇ ਤੁਹਾਨੂੰ ਮੈਂ, ਉਹ ਤੁਸੀਂ ਧਿਆਨ 'ਚ ਰੱਖਣੀ ਹੈ। ਡਨ। ਕਿਉਂਕਿ ਉਹ ਵੀ ਕਈ ਵਾਰੀ ਪੁੱਛ ਲਿਆ ਜਾਂਦਾ ਹੈ। ਡਨ। ਹਾਂ, ਇਹ ਤੁਸੀਂ ਧਿਆਨ 'ਚ ਰੱਖਣਾ ਜਦੋਂ ਮੈਂ ਗੱਲ ਕੀਤੀ ਨਾ ਤੁਹਾਡੇ ਨਾਲ। ਵੇਟ, ਹਾਂ, ਜਿਹੜਾ ਡਿਫਰੈਂਸ਼ੀਏਸ਼ਨ ਐਕਸਾਈਜ਼ ਡਿਊਟੀ ਲੱਗੇਗੀ ਉਹ ਕਿੰਨੀ ਲੱਗੇਗੀ, ਮਤਲਬ ਕਿੰਨੀ ਲੱਗੇਗੀ? ਉਹ 2 ਰੁਪਏ ਲੀਟਰ ਲੱਗੇਗੀ। ਤੁਸੀਂ ਧਿਆਨ ਵਿੱਚ ਰੱਖਣਾ, ਇਸ ਦੀ ਚੀਜ਼ ਧਿਆਨ 'ਚ ਰੱਖਣੀ ਹੈ। ਡਨ। ਉਸ ਤੋਂ ਇਲਾਵਾ ਕੁਝ ਹੋਰ ਫਿਗਰਾਂ ਮੈਨੂੰ ਯਾਦ ਕਰਨ ਦਿਓ, ਕਿਉਂਕਿ ਉਹ ਰਹਿ ਨਾ ਜਾਵੇ। ਹਾਂ, ਜਿਹੜੇ ਅੰਬਰੇਲਾਸ ਹੈ, ਜਿਹੜੇ ਸਾਡੇ ਅੰਬਰੇਲਾਸ ਹੈ, ਹਨਾ, ਉਹਨਾਂ ਉੱਪਰ ਕਸਟਮ ਡਿਊਟੀ ਲੱਗੇਗੀ। ਨੋਟ ਡਾਊਨ ਕਰ ਲਓ, ਕਸਟਮ ਡਿਊਟੀ ਲੱਗੇਗੀ 20%। ਡਨ। ਤੁਸੀਂ ਧਿਆਨ ਵਿੱਚ ਰੱਖਣਾ। ਡਨ। ਤੇ ਉਸ ਤੋਂ ਇਲਾਵਾ ਅੱਗੇ ਦੇਖੋ, ਵੇਟ, ਹਾਂ, ਜੋ ਤੁਹਾਨੂੰ ਮੈਂ ਦੱਸਿਆ ਕਿ ਜਿਹੜਾ ਆਪਣਾ ਅਲਟਰਨੇਟਿਵ ਆਪਣਾ ਦੇਖਣ ਨੂੰ ਮਿਲਦਾ ਨਾ, ਮਿਨੀਮਮ ਟੈਕਸ ਦੇਖਣ ਨੂੰ ਮਿਲਦਾ, ਉਸ ਉੱਪਰ ਉਹਨਾਂ ਨੇ ਟੈਕਸ ਵਿੱਚ ਘਾਟਾ ਤਾਂ ਪਾਤਾ, ਠੀਕ ਹੈ, 15% ਕਰਤਾ। ਤੁਹਾਨੂੰ ਮੈਂ ਕਿਹਾ ਸੀ ਨਾ ਕਿ ਅਲਟਰਨੇਟਿਵ ਜਿਹੜਾ ਆਪਣਾ ਮਿਨੀਮਮ ਟੈਕਸ ਦੇਖਣ ਨੂੰ ਮਿਲਦਾ ਹੈ ਨਾ, ਤੇ ਉਸ ਵਿੱਚ ਸਾਨੂੰ ਘਾਟਾ ਤਾਂ ਦੇਖਣ ਨੂੰ ਮਿਲ ਰਿਹਾ ਕਿ ਉਹਦੇ ਉੱਪਰ ਟੈਕਸ ਲੱਗਦਾ ਸੀ, ਹਨਾ, ਤਾਂ ਪਹਿਲੇ 18 ਪੁਆਇੰਟ ਲੱਗਦਾ ਸੀ, 18.3%, ਹੁਣ 15% ਕਰ ਦਿੱਤਾ ਗਿਆ, ਠੀਕ ਹੈ, ਜਿਹੜੀ ਬਾਹਰ ਦੀਆਂ ਕੰਪਨੀਆਂ ਹੁੰਦੀਆਂ। ਉਸ ਤੋਂ ਬਾਅਦ ਜੇ ਮੈਂ ਗੱਲ ਆਖਾਂ, ਜਿਹੜਾ ਕਾਰਪੋਰੇਟ ਸੈਕਟਰ ਵਿੱਚ ਜਿਹੜਾ ਸੈਕਟਰ ਵਿੱਚ ਟੈਕਸ ਲੱਗਦਾ ਸੀ, ਉਹ ਵੀ ਮਤਲਬ ਘਟਾ ਕੇ 15% ਕਰ ਦਿੱਤਾ। ਉਸ ਤੋਂ ਇਲਾਵਾ ਜਿਹੜਾ ਕਾਰਪੋਰੇਟ ਸੈਕਟਰ ਉੱਪਰ ਸਰਚਾਰਜ ਲੱਗਦਾ ਸੀ, ਉਹ ਘਟਾ ਕੇ ਕਿੰਨਾ ਕਰਤਾ ਉਹਨਾਂ ਨੇ? 12% ਤੋਂ 7% ਕਰ ਦਿੱਤਾ ਗਿਆ। ਇਸ ਨੂੰ ਧਿਆਨ ਵਿੱਚ ਰੱਖਣਾ। ਡਨ। ਚਲੋ ਬਸ, ਹਾਂ, ਉਹਨਾਂ ਕੋਲ ਧਿਆਨ 'ਚ ਰੱਖਣਾ। ਬਾਕੀ ਚੀਜ਼ਾਂ ਤੁਹਾਨੂੰ ਮੈਂ ਦੱਸ ਚੁੱਕਾ। ਡਨ। ਤੇ ਬਾਕੀ ਜਿਹੜੀ ਕੋਈ ਫਿਗਰ ਹੋਏਗੀ ਉਹ ਮੈਂ ਤੁਹਾਨੂੰ ਟੈਲੀਗ੍ਰਾਮ 'ਚ ਪਾ ਦਾਂਗਾ। ਤੇ ਸੋ ਥੈਂਕ ਯੂ ਵੈਰੀ ਮਚ, ਟੇਕ ਕੇਅਰ।